ਅਕੈਡਮੀ ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਅੱਜ ਦੀ ਕਲਾਸ ਦੇ ਵਿੱਚ ਅਸੀਂ ਜੁਡੀਸ਼ਰੀ ਆਫ ਇੰਡੀਆ ਵਾਲੇ ਟੌਪਿਕ ਦੇ ਅੰਡਰ ਹਾਈ ਕੋਰਟਸ ਆਫ ਇੰਡੀਆ, ਭਾਰਤ ਦੀਆਂ ਜੋ ਉੱਚ ਅਦਾਲਤਾਂ ਨੇ ਰਾਜਾਂ ਦੇ ਅਨੁਸਾਰ ਹਨਾ, ਉਹਨਾਂ ਦੇ ਬਾਰੇ ਤੇ ਅਸੀਂ ਡਿਸਕਸ ਕਰਾਂਗੇ। ਤਾਂ ਸਾਡੀ ਜਿਹੜੀ ਜੋ ਵੀ ਬੱਚੇ ਕੋਰਸ ਲੈਣਾ ਚਾਹੁੰਦੇ ਨੇ ਤਾਂ ਉਹ ਕੋਰਸ ਨੂੰ ਪਰਚੇਜ਼ ਕਰ ਸਕਦੇ ਨੇ। ਪੋਲਿਟੀ ਤੇ ਹਿਸਟਰੀ ਦਾ ਕੋਰਸ ਚੱਲ ਰਿਹਾ ਹੈ, ਤਾਂ ਜੋ ਵੀ ਬੱਚੇ ਇੰਟਰਸਟਡ ਨੇ ਕੋਰਸ ਪਰਚੇਜ਼ ਕਰਨਾ ਚਾਹੁੰਦੇ ਨੇ ਤਾਂ ਉਹ 9988001121 ਉੱਪਰ ਕਾਲ ਕਰਕੇ ਜਾਂ WhatsApp ਮੈਸੇਜ ਡ੍ਰੌਪ ਕਰਕੇ ਕੋਰਸ ਦੀ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਤੇ ਜਾਂ ਫਿਰ ਤੁਸੀਂ ਕਿਸਾਨ ਅਕੈਡਮੀ ਦੀ ਐਪ ਨੂੰ ਡਾਊਨਲੋਡ ਕਰਕੇ डायरेक्ट स्टोर दे विच जाके, ठीक है, ऐप ਨੂੰ डाउनलोड करके प्ले स्टोर ਦੇ ਉੱਪਰ स्टोर ਦੇ ਉੱਪਰ ਜਾ ਕੇ डायरेक्ट ਵੀ ਕੋਰਸ ਨੂੰ ਪਰਚੇਸ ਕਰ ਸਕਦੇ ਹੋ। ठीक है जी, ਅਸੀਂ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। ਆਪਣੇ ਕੋਲ ਤੇ ਫਰਸਟ ਕੁਐਸਚਨ ਹੈ ਜੀ, ਉੱਚ ਅਦਾਲਤ ਜਾਂ ਹਾਈ ਕੋਰਟ ਦੀ ਸਥਾਪਨਾ ਨਾਲ ਸੰਬੰਧਿਤ ਅਨੁਛੇਦ ਕਿਹੜਾ? ਤਾਂ ਉੱਚ ਅਦਾਲਤ ਜਾਂ ਹਾਈ ਕੋਰਟ, ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਜਿਹੜੀਆਂ ਸਾਡੇ ਕੋਲ ਹਾਈ ਕੋਰਟਸ ਨੇ ਹਨਾ, ਇਸ ਕੁਐਸਚਨ ਨੂੰ ਡਿਸਕਸ ਕਰਨ ਤੋਂ ਪਹਿਲਾਂ ਥੋੜਾ ਜਿਹਾ ਹਾਈ ਕੋਰਟ ਦੇ ਬਾਰੇ ਚ, ਤਾਂ ਸਾਡੇ ਸੰਵਿਧਾਨ ਦਾ ਜੋ ਆਰਟੀਕਲ ਹੈ ਕਿਹੜਾ? 214। ਜਿਵੇਂ ਲਾਸਟ MCQ ਡਿਸਕਸ਼ਨ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਰਟੀਕਲ 214 ਦੇ ਅਕੋਰਡਿੰਗ ਹੀ ਪ੍ਰੋਵੀਜ਼ਨ ਕੀਤੀ ਗਈ ਆ ਸਾਡੇ ਸੰਵਿਧਾਨ ਦੇ ਵਿੱਚ ਕਿ ਰਾਜਾਂ ਦੇ ਵਿੱਚ ਜਿਹੜੀਆਂ ਹੈਗੀਆਂ ਨੇ, ਠੀਕ ਹੈ, ਸਾਡੇ ਕੋਲ ਕੀ ਨੇ? 28 ਰਾਜ ਨੇ, 8 ਕੇਂਦਰ ਸ਼ਾਸਿਤ ਪ੍ਰਦੇਸ਼ ਨੇ, ਠੀਕ ਹੈ। ਤਾਂ ਜਿਹੜੀਆਂ ਸਾਡੇ ਕੋਲ ਸਟੇਟਸ ਨੇ, ਯੂਨੀਅਨ ਟੈਰੀਟਰੀਜ਼ ਨੇ, ਉਹਨਾਂ ਦੇ ਵਿੱਚ ਹਾਈ ਕੋਰਟਸ ਹੋਣਗੀਆਂ, ਠੀਕ ਹੈ। ਬਟ ਇੱਥੇ ਇਹ ਵੀ ਪ੍ਰੋਵੀਜ਼ਨ ਹੈਗੀ ਆ ਕਿ ਜਿਹੜੀ ਹਾਈ ਕੋਰਟਸ ਹੈਗੀਆਂ ਨੇ ਉਹ ਸਾਂਝੀਆਂ ਵੀ ਹੋ ਸਕਦੀਆਂ। ਇਹ ਜ਼ਰੂਰੀ ਨਹੀਂ ਹੈਗਾ ਕਿ, ਕਿਉਂਕਿ ਸਾਡੇ ਕੋਲ ਦੇਖੋ ਜਿਹੜੀਆਂ ਮੌਜੂਦਾ ਹਾਈ ਕੋਰਟਸ ਨੇ ਉਹ ਕਿੰਨੀਆਂ ਨੇ? 25, ਠੀਕ ਹੈ। ਰਾਜਾਂ ਤੇ ਯੂਟੀ ਦੀ ਗਿਣਤੀ ਜੇ ਅਸੀਂ ਦੇਖੀਏ 28 ਰਾਜ, 8 ਯੂਨੀਅਨ ਟੈਰੀਟਰੀ ਆ, ਮਤਲਬ ਹਾਈ ਕੋਰਟਸ ਤਾਂ ਘੱਟ ਨਹੀਂ। ਇਹਦਾ ਮਤਲਬ ਕੀ ਆ ਕਿ ਹਾਈ ਕੋਰਟਸ ਕਾਮਨ ਵੀ ਹੁੰਦੀਆਂ ਹੋਣਗੀਆਂ। ਤਾਂ ਜਿਵੇਂ ਸਟੇਟਾਂ ਦੇ ਵੀ ਗਵਰਨਰ ਕਾਮਨ ਹੁੰਦੇ ਨੇ, ਉਸੇ ਤਰੀਕੇ ਨਾਲ ਸਾਂਝੀਆਂ ਹਾਈ ਕੋਰਟਸ ਵੀ ਹੋ ਸਕਦੀਆਂ, ਠੀਕ ਹੈ। ਸਾਂਝੀਆਂ ਹਾਈ ਕੋਰਟਸ ਦੀ ਪ੍ਰੋਵੀਜ਼ਨ ਵੀ ਹੈਗੀ ਆ, ਬਟ ਇਹ ਪ੍ਰੋਵੀਜ਼ਨ ਕਿਹੜੀ ਸੋਧ ਦੇ ਰਾਹੀਂ ਸ਼ਾਮਿਲ ਕੀਤੀ ਗਈ ਸੀਗੀ? ਇਹ ਪ੍ਰੋਵੀਜ਼ਨ ਅਸੀਂ ਸ਼ਾਮਿਲ ਕੀਤੀ ਸੀਗੀ ਕਿਹੜੀ ਸੋਧ ਦੇ ਰਾਹੀਂ ਸ਼ਾਮਿਲ ਕੀਤੀ ਸੀਗੀ? 7ਵੀਂ ਸੋਧ ਦੇ ਰਾਹੀਂ, ਠੀਕ ਹੈ। 7ਵੀਂ ਸੋਧ ਦੇ ਰਾਹੀਂ 1956 ਈਸਵੀ ਦੇ ਵਿੱਚ ਸਾਂਝੀਆਂ ਜਿਹੜੀਆਂ ਹਾਈ ਕੋਰਟਸ ਹੋ ਸਕਦੀਆਂ 2 ਰਾਜਾਂ ਦੀਆਂ, 3 ਰਾਜਾਂ ਦੀਆਂ, ਯੂਨੀਅਨ ਟੈਰੀਟਰੀ ਜਾਂ ਰਾਜਾਂ ਦੀਆਂ, ਹਨਾ। ਤਾਂ ਇਸ ਤਰੀਕੇ ਨਾਲ ਜਿਵੇਂ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਦੀ ਗੱਲ ਕਰੀਏ, ਸਾਡੀ ਜਿਹੜੀ ਹਾਈ ਕੋਰਟ ਹੈ ਪੰਜਾਬ ਹਰਿਆਣਾ ਹਾਈ ਕੋਰਟ, ਤਿੰਨਾਂ ਦੀ ਸਾਂਝੀ ਹੈ ਨਾ। ਦੇਖੋ 2 ਸਟੇਟਾਂ ਹੋ ਗਈਆਂ, ਪੰਜਾਬ ਹੋ ਗਿਆ, ਹਰਿਆਣਾ ਹੋ ਗਿਆ, 2 ਰਾਜ ਹੋ ਗਏ, ਤੇ ਇੱਕ ਜਿਹੜੀ ਹੈਗੀ ਆ ਸਾਡੇ ਕੋਲ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੋ ਗਈ, ਹਨਾ, ਯੂਨੀਅਨ ਟੈਰੀਟਰੀ ਹੋ ਗਈ। ਤਾਂ ਇਹਦਾ ਮਤਲਬ ਕੀ ਆ ਕਿ ਸਾਂਝੀਆਂ ਹਾਈ ਕੋਰਟਸ ਦੀ ਪ੍ਰੋਵੀਜ਼ਨ ਆ। ਤਾਂ ਤੁਸੀਂ ਇੱਥੇ 2 ਪੁਆਇੰਟ ਧਿਆਨ ਦੇ ਵਿੱਚ ਰੱਖਣੇ ਆ ਕਿ ਹਾਈ ਕੋਰਟਸ ਜਿਹੜੀਆਂ ਹੈਗੀਆਂ ਨੇ ਉਹਦੀ ਪ੍ਰੋਵੀਜ਼ਨ ਸੰਵਿਧਾਨ ਦੇ ਵਿੱਚ ਹੈ ਆਰਟੀਕਲ 214 ਦੇ ਅਕੋਰਡਿੰਗ ਕਿ ਰਾਜਾਂ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਉਹ ਕੀ ਹੋਣਗੀਆਂ? ਹਾਈ ਕੋਰਟਸ ਹੋਣਗੀਆਂ। ਬਟ ਨਾਲ ਹੀ 7ਵੀਂ ਸੋਧ ਦੇ ਰਾਹੀਂ 7th ਅਮੈਂਡਮੈਂਟ ਜਿਹੜੀ ਕਨਸਟੀਟਿਊਸ਼ਨ ਦੇ ਵਿੱਚ ਹੋਈ ਸੀ ਉਹਦੇ ਰਾਹੀਂ ਇਹ ਵੀ ਕੀਤਾ ਗਿਆ ਸੀਗਾ ਕਿ ਜੁਆਇੰਟ ਜਿਹੜੀਆਂ ਹੈਗੀਆਂ ਨੇ ਹਾਈ ਕੋਰਟਸ ਹੋ ਸਕਦੀਆਂ ਨੇ ਸਟੇਟਸ ਦੀਆਂ ਵੀ, ਠੀਕ ਹੈ, ਸਟੇਟਸ ਦੀਆਂ ਹੋ ਸਕਦੀਆਂ ਜਾਂ ਸਟੇਟਸ ਪਲੱਸ ਯੂਨੀਅਨ ਟੈਰੀਟਰੀਜ਼ ਦੀਆਂ ਹੋ ਸਕਦੀਆਂ। ਤਾਂ 7ਵੀਂ ਸੋਧ ਦੇ ਰਾਹੀਂ ਸਾਂਝੀਆਂ ਜਿਹੜੀਆਂ ਉੱਚ ਅਦਾਲਤਾਂ ਹੈ ਉਹਨਾਂ ਦੀ ਪ੍ਰੋਵੀਜ਼ਨ ਵੀ ਰੱਖੀ ਗਈ ਆ। ਤੇ ਸਾਡੇ ਕੋਲ ਮੌਜੂਦਾ ਕਿੰਨੀਆਂ ਸਰਵਉੱਚ ਹਾਈ ਕੋਰਟਸ ਨੇ? ਉੱਚ ਅਦਾਲਤਾਂ ਨੇ 25, ਠੀਕ ਹੈ ਜੀ। ਸਰਵਉੱਚ ਅਦਾਲਤ ਕਿਹੜੀ ਆ? 21, ਜਿਹੜੀ ਦਿੱਲੀ ਦੇ ਵਿੱਚ ਆ, ਸੁਪਰੀਮ ਕੋਰਟ। ਤਾਂ ਅਸੀਂ ਸਟਾਰਟ ਕਰਦੇ ਹਾਂ ਹਾਈ ਕੋਰਟਸ। ਫਸਟ ਆਪਣੇ ਕੋਲ 17th, ਕਿਉਂਕਿ ਮੈਂ ਲਾਸਟ ਕਲਾਸ ਨੂੰ ਕੰਟੀਨਿਊ ਕਰ ਰਹੀ ਹਾਂ। ਲਾਸਟ ਕਲਾਸ ਦੇ ਵਿੱਚ ਅਸੀਂ ਨੀਅਰ ਅਬਾਊਟ 16 ਕੁਐਸਚਨ ਡਿਸਕਸ ਕੀਤੇ ਸੀਗੇ ਸੁਪਰੀਮ ਕੋਰਟ ਦੇ ਨਾਲ ਰਿਲੇਟਡ। ਤਾਂ ਅੱਜ ਦੀ ਕਲਾਸ ਦੇ ਵਿੱਚ ਅਸੀਂ ਅੱਗੇ ਹਾਈ ਕੋਰਟ ਜੁਡੀਸ਼ਰੀ ਨੂੰ ਹੀ ਕੰਟੀਨਿਊ ਕਰ ਰਹੇ ਹਾਂ। ਤਾਂ ਸਾਡੇ ਕੋਲ ਹੈ ਜੀ ਉੱਚ ਅਦਾਲਤ ਜਾਂ ਹਾਈ ਕੋਰਟ ਦੀ ਸਥਾਪਨਾ ਨਾਲ ਸੰਬੰਧਿਤ ਅਨੁਛੇਦ ਕਿਹੜਾ? ਆਲਰੇਡੀ ਮੈਂ ਦੱਸ ਚੁੱਕੀ ਹਾਂ, ਹਨਾ, 214 ਤੇ 124 ਕਿਹਦੇ ਨਾਲ ਰਿਲੇਟਡ ਹੈਗਾ? ਸੁਪਰੀਮ ਕੋਰਟ ਦੇ ਨਾਲ, ਠੀਕ ਹੈ। ਸੁਪਰੀਮ ਕੋਰਟ ਸਰਵਉੱਚ ਅਦਾਲਤ ਹੋਊਗੀ ਆਰਟੀਕਲ 124, 214 ਦੇਖੋ ਸੇਮ ਨੇ, ਹਨਾ, ਉਲਟਾ ਤੇ ਬਸ 1 ਆ ਜਿਹੜਾ ਬਿਟਵੀਨ ਚੱਲ ਗਿਆ ਇਹਨਾਂ ਦੇ। ਤਾਂ 214 ਹੋਊਗੀ ਸਾਡੇ ਕੋਲ, ਹਨਾ। ਤਾਂ ਸਾਡੇ ਕੋਲ ਜਿਹੜਾ 214 ਆਰਟੀਕਲ ਹੈ, ਬਸ 2 ਹੀ ਚੀਜ਼ਾਂ ਯਾਦ ਰੱਖਣੀਆਂ। 214 ਆਰਟੀਕਲ ਕਿਹਦੇ ਨਾਲ ਰਿਲੇਟਡ ਹੈ ਜੀ? ਸਾਡੇ ਕੋਲ ਹਾਈ ਕੋਰਟਸ। ਤੇ 124 ਆਰਟੀਕਲ ਕਿਹਦੇ ਨਾਲ ਰਿਲੇਟਡ ਹੈ ਜੀ? ਸਾਡੇ ਕੋਲ ਸੁਪਰੀਮ ਕੋਰਟ। ਨੈਕਸਟ ਕੁਐਸਚਨ, ਹਾਈ ਕੋਰਟ ਦੇ ਜੱਜਾਂ ਦੀ ਉਮਰ ਕਿੰਨੀ ਹੁੰਦੀ ਹੈ? ਤਾਂ ਹਾਈ ਕੋਰਟ ਦੇ ਜੱਜਾਂ ਦੀ ਉਮਰ ਕਿੰਨੀ ਹੁੰਦੀ ਹੈ? ਰਿਟਾਇਰਮੈਂਟ ਏਜ ਹੁੰਦੀ ਆ
65 ਸਾਲ ਤੱਕ, ਠੀਕ ਹੈ, ਰਿਟਾयरमेंट एज आ हाई कोर्ट के जजां दी। ਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਪੁੱਛਣ ਤਾਂ ਸੁਪਰੀਮ ਕੋਰਟ ਦੇ ਜੱਜਾਂ ਦੀ ਕਿੰਨੀ ਹੈ 65 ਸਾਲ, ਠੀਕ ਹੈ। ਬਟ ਇਹ ਦੋਨੋਂ ਜਿਹੜੇ ਹੈਗੇ ਆ ਇਸ ਤੋਂ ਪਹਿਲਾਂ ਵੀ ਅਹੁਦਾ ਛੱਡ ਸਕਦੇ ਆ, ਕਿਹੜੇ ਕੇਸ ਦੇ ਵਿੱਚ, ਜਾਂ ਤਾਂ ਇਹਨਾਂ ਦੇ ਵਿਰੁੱਧ ਇੰਪੀਚਮੈਂਟ ਪ੍ਰੋਸੈਸ ਸ਼ੁਰੂ ਹੋਗੀ, ਠੀਕ ਹੈ, ਇੰਪੀਚਮੈਂਟ ਪ੍ਰੋਸੈਸ ਸ਼ੁਰੂ ਹੋਗੀ, ਕਿੱਥੇ ਸ਼ੁਰੂ ਹੋਊਗੀ, ਦੋਨਾਂ ਦੇ ਵਿਰੁੱਧ ਹੀ, ਹਾਈ ਕੋਰਟ ਵੀ ਤੇ ਸੁਪਰੀਮ ਕੋਰਟ ਵੀ, ਦੋਨਾਂ ਦੇ ਵਿਰੁੱਧ ਹੀ ਸੰਸਦ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਜੇ ਇੰਪੀਚਮੈਂਟ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਕੇਸ ਦੇ ਵਿੱਚ ਰਾਸ਼ਟਰਪਤੀ ਇਹਨਾਂ ਨੂੰ ਜਿਹੜਾ ਹੈਗਾ ਪਹਿਲਾਂ ਉਹਦੇ ਤੋਂ ਉਤਾਰ ਸਕਦਾ ਹੈਗਾ, ਜਾਂ ਫਿਰ ਦੂਜਾ ਕੇਸ ਕੀ ਹੈ ਕਿ ਜਿਹੜੇ ਇਹ ਜੱਜ ਹੈਗੇ ਨੇ ਇਹ ਰਿਜ਼ਾਈਨ ਦੇ ਸਕਦੇ ਆ, ਹਨਾ, 62 ਸਾਲ ਤੋਂ ਪਹਿਲਾਂ। ਹਾਈ ਕੋਰਟ ਦੇ ਜੱਜ ਵੀ 62 ਸਾਲ ਤੋਂ ਪਹਿਲਾਂ ਆਪਣਾ ਜਿਹੜਾ ਰਿਜ਼ਾਈਨ ਦੇ ਸਕਦੇ ਆ, ਕਿਹਨੂੰ ਦੇ ਸਕਦੇ ਹੈਗੇ ਆ, ਪ੍ਰੈਜ਼ੀਡੈਂਟ ਨੂੰ, ਠੀਕ ਹੈ। ਤੇ ਨਾਲ ਹੀ ਜਿਹੜੇ ਸਾਡੇ ਕੋਲ ਸੁਪਰੀਮ ਕੋਰਟ ਦੇ ਜੱਜ ਹੈਗੇ ਉਹ ਵੀ 65 ਸਾਲ ਤੋਂ ਪਹਿਲਾਂ ਰਿਜ਼ਾਈਨ ਦੇ ਸਕਦੇ ਆ, ਕਿਹਨੂੰ ਦੇਣਗੇ ਜੀ, ਪ੍ਰੈਜ਼ੀਡੈਂਟ ਨੂੰ, ਠੀਕ ਹੈ, ਕਿਉਂਕਿ ਇਹਨਾਂ ਦੀ ਦੋਨਾਂ ਦੀ ਨਿਯੁਕਤੀ ਹਾਈ ਕੋਰਟ ਦੇ ਜੱਜਾਂ ਦੀ ਵੀ ਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਵੀ ਨਿਯੁਕਤੀ ਕੌਣ ਕਰਦਾ ਹੈ, ਰਾਸ਼ਟਰਪਤੀ। ਤੇ ਇਸ ਕਰਕੇ ਦੋਨਾਂ ਦੀ ਜਿਹੜੀ ਹੈਗੀ ਆ ਰਿਜ਼ਾਈਨ ਵੀ ਕਿਹਨੂੰ ਸੌਂਪਣਗੇ, ਰਾਸ਼ਟਰਪਤੀ ਨੂੰ। ਨੈਕਸਟ ਕੁਐਸਚਨ ਆਪਣੇ ਕੋਲ ਰਾਸ਼ਟਰਪਤੀ ਹਾਈ ਕੋਰਟ ਦੇ ਜੱਜ, ਸੌਰੀ, ਠੀਕ ਹੈ, 19th ਹੈ, ਹਾਈ ਕੋਰਟ ਦੇ ਜੱਜ ਕਿਸ ਅੱਗੇ ਸਹੁੰ ਚੁੱਕਦੇ ਆ, ਤਾਂ ਹਾਈ ਕੋਰਟ ਦੇ ਜਿਹੜੇ ਜੱਜ ਹੈਗੇ ਨੇ, ਉੱਚ ਅਦਾਲਤਾਂ ਦੇ ਜੱਜ ਹੈਗੇ ਨੇ, ਉਹਨਾਂ ਦੀ ਨਿਯੁਕਤੀ ਕੌਣ ਕਰਦਾ ਹੈਗਾ, ਰਾਸ਼ਟਰਪਤੀ, ਠੀਕ ਹੈ। ਫਰਕ ਦੇਖੋ ਇੱਥੇ ਇੱਕ ਹੀ ਫਰਕ ਆ, ਦੇਖੋ ਜੇ ਤੁਸੀਂ ਹਾਈ ਕੋਰਟ ਨੂੰ ਤੇ ਸੁਪਰੀਮ ਕੋਰਟ ਨੂੰ, ਜੇ ਤੁਹਾਨੂੰ ਅੱਛੀ ਤਰ੍ਹਾਂ ਸੁਪਰੀਮ ਕੋਰਟ ਆਉਂਦੀ ਹੈ ਤਾਂ ਤੁਹਾਨੂੰ ਹਾਈ ਕੋਰਟ ਖੁਦ ਬਾ ਖੁਦ ਆ ਜਾਣੀ ਹੈ, ਕਿਉਂਕਿ ਬਿਲਕੁਲ ਕਾਮਨ ਆ ਹਰ ਇੱਕ ਚੀਜ਼। ਦੋਨਾਂ ਦੀ ਜਿਹੜੀ ਨਿਯੁਕਤੀ ਹੈਗੀ ਆ ਕੌਣ ਕਰਦਾ ਹੈਗਾ, ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ। ਦੋਨੇ ਰਿਜ਼ਾਈਨ ਕਿਹਨੂੰ ਦੇਣਗੇ, ਰਾਸ਼ਟਰਪਤੀ ਨੂੰ, ਠੀਕ ਹੈ। ਦੋਨਾਂ ਦੇ ਵਿਰੁੱਧ ਇੰਪੀਚਮੈਂਟ ਪ੍ਰੋਸੈਸ ਕਿੱਥੇ ਸ਼ੁਰੂ ਹੋਊਗਾ, ਸੰਸਦ ਦੇ ਵਿੱਚ। ਦੋਨਾਂ ਨੂੰ ਅਹੁਦੇ ਤੋਂ ਕੌਣ ਹਟਾ ਸਕਦਾ ਹੈਗਾ, ਰਾਸ਼ਟਰਪਤੀ। ਬਸ ਇੱਕ ਮੇਨ ਜਿਹੜਾ ਫਰਕ ਹੈਗਾ ਨਾ ਉਹ ਕਿਹੜਾ ਹੈਗਾ ਕਿ ਸੁਪਰੀਮ ਕੋਰਟ ਦੇ ਜੱਜ ਜਿਹੜੇ ਹੈਗੇ ਉਹ ਹੈਗਾ ਓਥ ਨੂੰ ਲੈ ਕੇ, ਸਹੁੰ ਚੁੱਕਣ ਨੂੰ ਲੈ ਕੇ, ਠੀਕ ਹੈ। ਸੁਪਰੀਮ ਕੋਰਟ ਦੇ ਜਿਹੜੇ ਜੱਜ ਹੈਗੇ ਆ ਉਹ ਸਹੁੰ ਕਿਹਦੇ ਅੱਗੇ ਚੁੱਕਦੇ ਹੈਗੇ ਆ, ਰਾਸ਼ਟਰਪਤੀ ਦੇ ਅੱਗੇ। ਤੇ ਜਿਹੜੇ ਹਾਈ ਕੋਰਟ ਦੇ ਜੱਜ ਹੈਗੇ ਆ ਉਹ ਸਹੁੰ ਕਿਹਦੇ ਅੱਗੇ ਚੁੱਕਦੇ ਹੈਗੇ ਆ, ਰਾਸ਼ਟਰਪਤੀ ਦੇ ਬਰਾਬਰ ਦਾ ਅਹੁਦਾ ਰਾਜ ਦੇ ਵਿੱਚ ਕੌਣ ਹੁੰਦਾ, ਗਵਰਨਰ, ਠੀਕ ਹੈ, ਕਿਉਂਕਿ ਹਾਈ ਕੋਰਟਸ ਰਾਜਾਂ ਦੀਆਂ ਹੁੰਦੀਆਂ ਨੇ ਤਾਂ ਇਸ ਕਰਕੇ ਗਵਰਨਰ ਦੇ ਅੱਗੇ ਜਿਹੜੇ ਹੈਗੇ ਨੇ ਇਹ ਸਹੁੰ ਚੁੱਕਣਗੇ। ਤਾਂ ਸਾਡੇ ਕੋਲ ਆਨਸਰ ਫਿਰ ਕੀ ਆ ਜਾਊਗਾ ਕਿ ਹਾਈ ਕੋਰਟ ਦੇ ਜੱਜ ਕਿਹਦੇ ਅੱਗੇ ਸਹੁੰ ਚੁੱਕਦੇ ਆ, ਗਵਰਨਰ ਦੇ ਅੱਗੇ। ਜੇ ਪੁੱਛਣ ਸੁਪਰੀਮ ਕੋਰਟ ਦੇ ਜੱਜ ਕਿਹਦੇ ਅੱਗੇ ਸਹੁੰ ਚੁੱਕਦੇ ਆ, ਤਾਂ ਰਾਸ਼ਟਰਪਤੀ ਦੇ ਅੱਗੇ, ਠੀਕ ਹੈ ਜੀ। ਨੈਕਸਟ, ਸਭ ਤੋਂ ਪੁਰਾਣੀ ਹਾਈ ਕੋਰਟ ਕਿਹੜੀ ਹੈ, ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਆ ਬੇਟਾ। ਵੈਸੇ ਸਾਡੇ ਕੋਲ ਜਿਹੜੀਆਂ 올ਡੈਸਟ ਹਾਈ ਕੋਰਟਸ ਨੇ ਨਾ ਉਹ ਹੈਗੀਆਂ ਨੇ 3, ਠੀਕ ਹੈ। ਕਿਹੜੀਆਂ ਕਿਹੜੀਆਂ, ਸਾਡੇ ਕੋਲ 올ਡੈਸਟ 3 ਹਾਈ ਕੋਰਟਸ ਨੇ, ਬੰਬੇ, ਠੀਕ ਹੈ ਜੀ, ਦੈਨ ਮਦਰਾਸ, ਤੇ ਸਭ ਤੋਂ ਇੰਪੋਰਟੈਂਟ ਕਲਕੱਤਾ। ਇਹ ਤਿੰਨੋਂ ਹੀ ਪੁਰਾਣੀਆਂ ਹਾਈ ਕੋਰਟਸ ਨੇ, ਠੀਕ ਹੈ। ਜਿਹੜੀਆਂ ਇਹ ਸਭ ਤੋਂ ਪੁਰਾਣੀ ਜੇ ਪੁੱਛਣ ਤਾਂ ਸਾਡੇ ਕੋਲ ਇਹਨਾਂ ਤਿੰਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਜਿਹੜੀ ਸੈਟਅਪ ਹੋਈ ਸੀ ਉਹ ਸੀਗੀ ਵਿਲੀਅਮ ਫੋਰਡ ਦੇ ਵਿੱਚ, ਕਲਕੱਤਾ, ਠੀਕ ਹੈ, ਕਲਕੱਤਾ। ਤਾਂ ਜਿਹੜੀ ਕਲਕੱਤਾ ਹਾਈ ਕੋਰਟ ਹੈਗੀ ਆ ਉਹ ਸਾਡੇ ਕੋਲ ਸਭ ਤੋਂ ਪੁਰਾਣੀ ਹਾਈ ਕੋਰਟ ਮੰਨੀ ਜਾਂਦੀ ਹੈ। ਸਭ ਤੋਂ ਪੁਰਾਣੀ ਹਾਈ ਕੋਰਟ 1862 ਈਸਵੀ ਤੋਂ ਹੀ ਇਹ ਸਥਾਪਿਤ ਆ। ਵੈਸੇ ਘੋਸ਼ਿਤ ਇਹ ਵੀ 1862 ਤੋਂ ਹੀ ਹੋ ਚੁੱਕੀਆਂ ਸੀ, ਬਟ ਕਾਫੀ ਥਾਵਾਂ ਦੇ ਉੱਪਰ ਲਿਖਿਆ ਮਿਲਦਾ ਕਿ 1865 ਦੇ ਵਿੱਚ ਪ੍ਰੋਪਰ ਸੈਟਅਪ ਹੋਈਆਂ। ਬਟ ਸਾਡੇ ਲਈ ਚਲੋ ਇੱਥੇ ਇਹ ਜ਼ਿਆਦਾ ਇੰਪੋਰਟੈਂਟ ਹੈ ਕਿ ਸਭ ਤੋਂ ਪਹਿਲੀ ਕਿਹੜੀ ਆ, ਸਭ ਤੋਂ ਪੁਰਾਣੀ ਕਿਹੜੀ ਆ, ਤਾਂ ਕਲਕੱਤਾ। ਜਦੋਂ ਵੀ ਪੁੱਛਣ ਨਾ ਸਭ ਤੋਂ ਪੁਰਾਣੀਆਂ ਵਾਲੀ ਨਾਲ ਰਿਲੇਟਡ, ਜੇ ਤੁਹਾਨੂੰ ਆਨਸਰ ਨਹੀਂ ਪਤਾ ਤੇ ਉੱਥੇ ਕਲਕੱਤਾ ਆਪਸ਼ਨ ਹੈਗਾ ਕਿਸੇ ਵੀ ਅੰਗਰੇਜ਼ਾਂ ਦੇ ਟਾਈਮ ਤੇ, ਤਾਂ ਕਿਉਂਕਿ ਕਲਕੱਤਾ ਕੈਪੀਟਲ ਰਿਹਾ ਦਿੱਲੀ ਤੋਂ ਪਹਿਲਾਂ ਸਾਡੀ ਅੰਗਰੇਜ਼ਾਂ ਦੀ, ਅੰਗਰੇਜ਼ ਜਿਹੜਾ ਬ੍ਰਿਟਿਸ਼ ਇੰਡੀਆ ਸੀ ਉਹਦੀ, ਹਨਾ। ਤਾਂ ਇਸ ਕਰਕੇ ਕਲਕੱਤਾ ਦੇ ਵਿੱਚ ਹਰ ਇੱਕ ਪਹਿਲੀ ਚੀਜ਼ ਜ਼ਿਆਦਾ ਸੈਟਅਪ ਹੋਈ ਆ, ਹਨਾ। ਇਨੀਸ਼ੀਅਲੀ ਉਹਨਾਂ ਨੇ ਉੱਥੇ ਉਹਨੂੰ ਸੈਟਅਪ ਕੀਤਾ, ਤਾਂ ਇਸ ਕਰਕੇ ਸਾਡੇ ਕੋਲ 1862 ਦੇ ਵਿੱਚ ਸਭ ਤੋਂ ਪਹਿਲੀ ਕਲਕੱਤਾ, ਠੀਕ ਹੈ ਜੀ। ਉਸ ਤੋਂ ਬਿਨਾ ਮੈਂ ਥੋੜਾ ਜਿਹਾ ਇਹਨਾਂ ਦੀ ਸੀਟਸ ਦੇ ਬਾਰੇ ਚ ਵੀ ਇੱਥੇ ਤੁਹਾਨੂੰ ਨਾਲ ਦੀ ਨਾਲ ਹੀ ਦੱਸ ਦੂੰਗੀ। ਸੀਟ ਹੁੰਦੀ ਆ ਕਿ ਕਿੱਥੇ ਸਥਾਪਿਤ ਆ, ਜਿਵੇਂ ਅਸੀਂ ਆਖਦੇ ਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਆ ਤਾਂ ਉਹਦੀ ਸੀਟ ਸਾਡੀ ਕਿੱਥੇ ਸਥਾਪਿਤ ਆ, ਚੰਡੀਗੜ੍ਹ ਦੇ ਵਿੱਚ, ਹਨਾ। ਤਾਂ ਉਸੇ ਤਰੀਕੇ ਨਾਲ ਜਿਹੜੀ ਸਾਡੇ ਕੋਲ ਬੰਬੇ ਹਾਈ ਕੋਰਟ ਹੈ, ਬੰਬੇ ਦੀ ਕਿੱਥੇ ਹੈਗੀ ਆ ਜੀ ਸੀਟ, ਮੁੰਬਈ, ਠੀਕ ਹੈ, ਮੁੰਬਈ ਦੇ ਵਿੱਚ। ਜਿਹੜੀ ਹੈ ਸਾਡੇ ਕੋਲ ਮਦਰਾਸ, ਮਦਰਾਸ ਦੀ ਸੀਟ ਕਿੱਥੇ ਹੈ, ਚੇਨਈ, ਤਾਮਿਲਨਾਡੂ, ਠੀਕ ਹੈ ਜੀ। ਕਲਕੱਤਾ ਪੁੱਛਣ ਤਾਂ ਕਲਕੱਤਾ ਦੀ ਕਿੱਥੇ ਹੈਗੀ ਹੈ ਸਾਡੇ ਕੋਲ, ਅਗੇਨ ਕੋਲਕਾਤਾ ਹੀ, ਠੀਕ ਹੈ, ਕੋਲਕਾਤਾ ਦੇ ਵਿੱਚ ਹੀ। ਪੰਜਾਬ ਦੀ ਤੁਹਾਨੂੰ ਪਤਾ ਹੀ ਹੋਏਗੀ ਸਭ ਨੂੰ, ਕੀ ਹੈ ਜੀ, ਪੰਜਾਬ ਹਰਿਆਣਾ ਹਾਈ ਕੋਰਟ ਦੀ ਸੀਟ ਕਿੱਥੇ ਹੈ ਸਾਡੀ, ਚੰਡੀਗੜ੍ਹ ਦੇ ਵਿੱਚ, ਠੀਕ ਹੈ। ਇਹ ਬੇਸਿਕ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਕਲੀਅਰ ਹੋਣੀਆਂ ਜ਼ਰੂਰੀ ਨੇ। ਨੈਕਸਟ ਹੈਗਾ ਆਪਣੇ ਕੋਲ ਲਦਾਖ ਕਿਸ ਹਾਈ ਕੋਰਟ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ। ਤੁਹਾਨੂੰ ਇਹ ਕਲੀਅਰ ਹੋਊਗਾ ਸਭ ਨੂੰ ਕਿ ਸਾਡੇ ਕੋਲ 31 ਅਕਤੂਬਰ, ਹਨਾ,
2019 ਤੋਂ ਪਹਿਲਾਂ लद्दाख जम्मू कश्मीर का ही हिस्सा सी, है ना, जम्मू कश्मीर का ही हिस्सा सी। बट जम्मू कश्मीर नूं 31 अक्तूबर 2019 दे विच जम्मू कश्मीर रीऑर्गेनाइजेशन एक्ट दे राही दो हिस्सियां दे विच तोड़ता। एक साडे कोल किहड़ी यूनियन टैरीटरी बन गई, पहला ये स्टेट सी, है ना, ते की बन गई इत्थे साडे कोल यूटी बन गई, यूनियन टैरीटरी बन गई जम्मू कश्मीर ते एक किहड़ी बन गई लद्दाख, दोनों अड अड करदियां। बट क्योंकि जम्मू कश्मीर कोल पहला ही अपनी जिहड़ी हाई कोर्ट ऑलरेडी है, ठीक है, जम्मू कश्मीर स्टेट सीगी ते इहदे कोल अपनी हाई कोर्ट सीगी जिहदी सीट कित्थे हैगी आ जम्मू दे विच, ठीक है, जम्मू दे विच गर्मी सर्दी दे हिसाब नाल हुंदी है, जम्मू दे विच भी इहदी सीट है ते नाल ही जिहड़ा है श्रीनगर, ठीक है, श्रीनगर दे विच भी जिहड़ी इहदी सीट हैगी आ ओह स्थापित आ। बट लद्दाख दी जिहड़ी हैगी आ ओह क्योंकि हजे नवीं बनी हैगी आ तां हजे तक लोड भी नहीं हैगा अकॉर्डिंग टू पॉपुलेशन, क्योंकि वैसे भी कॉमन हो सकदियां हाई कोर्ट, है ना, तो इस करके जिहड़ी लद्दाख है ओहदी सीट भी जिहड़ी हैगी आ अधिकार खेतर के लद्दाख जिहड़ी हाई कोर्ट हैगी ओहदा अधिकार खेतर भी किहदे अंडर ही आउंदा हैगा, जम्मू कश्मीर दे अंडर ही आउंदा, ठीक है। तां जिहड़ी लद्दाख हाई हैगी आ साडे कोल लद्दाख दा जिहड़ा हाई कोर्ट हैगा, लद्दाख दी अजे कोई अलग हाई कोर्ट नहीं बनाई गई, तो ओहदी जिहड़ी हाई कोर्ट हैगी ओह किहड़ी हैगी आ जम्मू कश्मीर दे अधिकार खेतर दे विच ही लद्दाख आउंदा। ते इह करंट दे हिसाब नाल क्वेश्चन इंपॉर्टेंट हो सकदा, ठीक है। बट जम्मू कश्मीर हुण की बन चुकी हैगी आ यूनियन टैरीटरी, ठीक है, क्लीयर जी। उस तो बाद बेटा थोड़ा जा मैं इत्थे इहदे नाल रिलेटेड होर भी पॉइंट्स तुहानूं लद्दाख दी फिर अपने कोल कित्थे हैगी है जी सीट, लद्दाख दी अपनी कोई हाई कोर्ट नहीं है, कॉमन कोर्ट हैगी है जम्मू कश्मीर दे नाल रिलेटेड ही। दिल्ली ते जम्मू कश्मीर दोने अपने कोल की हैगियां ने यूनियन टैरीटरीज, ठीक है, दोवें ही यूनियन टैरीटरीज ने ते सिर्फ यही दो यूनियन टैरीटरीज ने जिन्हां दी अपनियां हाई कोर्ट्स हैगियां, ठीक है, बाकी हाई कोर्ट अपनियां हाई कोर्ट्स ने, क्योंकि बाकी जिहड़ियां साडे कोल 6 यूनियन टैरीटरीज ने, टोटल 8 ने, तां 6 जिहड़ियां विचों हैगियां ने उन्हां दियां किसी स्टेट दे नाल, जे आपां चंडीगढ़ आ तां चंडीगढ़ दी जिहड़ी चंडीगढ़ यूनियन टैरीटरी आ ते ओहदी हाई कोर्ट कित्थे आ, पंजाब हरियाणा दे नाल रिलेट करदी आ, ठीक है। सेम ही जे आपां दमन दीओ दी जां दादरा नगर हवेली दी गल करदे आ तां उन्हां दी जिहड़ी हैगी आ बॉम्बे हाई कोर्ट ही आ, है ना। ਤਾਂ ਦਿੱਲੀ ਹੁਣ ਤੱਕ ਕੱਲੀ ਦਿੱਲੀ ਸੀ ਜਿਹਦੀ ਆਪਣੀ ਯੂਨੀਅਨ ਟੈਰੀਟਰੀ ਸੀ, ਬਟ 2019 ਤੋਂ ਜਿਹੜੀ ਹੈਗੀ ਆ ਜੰਮੂ ਕਸ਼ਮੀਰ ਵੀ ਯੂਟੀ ਬਣਾਤਾ ਤਾਂ ਸਾਡੇ ਕੋਲ ਦੋ ਆ ਗਈਆਂ ਜਿਨ੍ਹਾਂ ਦੀਆਂ ਆਪਣੀਆਂ ਹਾਈ ਕੋਰਟਸ ਨੇ ਯੂਨੀਅਨ ਟੈਰੀਟਰੀ ਦੀਆਂ, ਠੀਕ ਹੈ। ਹਿਮਾਚਲ ਪ੍ਰਦੇਸ਼ ਦੀ ਪੁੱਛਣ ਸੀਟ ਕਿੱਥੇ ਆ, ਤਾਂ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਸੀਟ ਹੈਗੀ ਆ ਸ਼ਿਮਲਾ, क्लियर। नोटबुक को रखा करो, ਉਹਦੇ ਉੱਪਰ अपना राइट डाउन कर लिया करो। देन अपने को नेक्स्ट क्वेश्चन है जी, हाई कोर्ट के मुख्य जज की नियुक्ति कौन करता है, ठीक है, वेरी वेरी इंपॉर्टेंट, बहुत बेसिक क्वेश्चन है, बहुत कॉमन पूछा जाता। हाई कोर्ट ते सुप्रीम कोर्ट दोनों दे ही जजां की नियुक्ति कौन करता है जी, राष्ट्रपति। मैं लास्ट क्लास दे विच भी तुहानूं काफी बार दस चुकी हाँ, राष्ट्रपति के टॉपिक दे विच भी तुहानूं काफी बार उहदियां पावर्स दे अंडर दस चुकी हाँ कि हाई कोर्ट ते सुप्रीम कोर्ट के जजां की नियुक्ति कौन करता है, साडे कोल राष्ट्रपति। देन क्वेश्चन अपने को नेक्स्ट है 23, भारतीय न्यायिक प्रणाली अनुसार किस कोल रिट जारी करने का अधिकार है। हो चुका थोड़ा लास्ट क्लास दे विच भी, है ना, रिट जारी हो सकदियां साडे संविधान के अकॉर्डिंग दो आर्टिकल 32 जिहदे अकॉर्डिंग सुप्रीम कोर्ट रिट जारी कर सकदी है, ते आर्टिकल 226 जिहदे अकॉर्डिंग कौन जारी कर सकदी हैगी आ, हाई कोर्ट। इट मीनस साडे कोल सुप्रीम कोर्ट, स्पेलिंग गलत लिखे गए, सुप्रीम कोर्ट ते हाई कोर्ट दोनों ही रिट जारी कर सकदियां। सुप्रीम कोर्ट आर्टिकल 32, हाई कोर्ट आर्टिकल 226, बस ये दोनों आर्टिकल नहीं तुसी भुलने। नेक्स्ट, सब तो वध राज्यां दी सांझी अदालत केड़ी है, सांझी हाई कोर्ट केड़ी है। देखो राज्यां दी पूछी गई है, ठीक है, साडे कोल जिहड़ी सब तो वड्डी ज्यूरिडिक्शन अधिकार खेतर जिहदे कोल है वो केड़ी हैगी है जी, गुवाहाटी, ठीक है, गुवाहाटी। एदा जिहड़ी सीट हैगी वो भी कित्थे हैगी आ, गुवाहाटी दे विच ही आ, ठीक है, गुवाहाटी दे विच ही आ। ते जिहड़ी ये वाली हैगी 4 राज्यां दी सांझी आ, ठीक है, 4 राज्यां दी सांझी आ। 4 राज्यां नूं तुसीं याद रख सकदे हो किवें, AANM, ठीक है, AANM, ए मतलब असम, किहड़े 4 राज्यां दी सांझी आ, असम, अरुणाचल प्रदेश, अरुणाचल प्रदेश, ठीक है जी। एन तो याद रख लो नागालैंड,
एम तो याद रख लो मिजोरम, ठीक है, मिजोरम। ਤੇ 2013 ਤੋਂ ਪਹਿਲਾਂ ਜਿਹੜੀ ਸੀਗੀ ਇਹੀ ਮਨੀਪੁਰ ਮੇਘਾਲਿਆ ਇਹਨਾਂ ਦੀ ਵੀ ਆਪਣੀ ਇਹੀ ਹਾਈ ਕੋਰਟ ਹੋਇਆ ਕਰਦੀ ਸੀ, ਬਟ ਹੁਣੇ 4 ਰਾਜਾਂ ਦੀ ਹੈ ਤੇ ਹਜੇ ਵੀ ਸਭ ਤੋਂ ਵੱਧ ਰਾਜ ਜਿਹੜੇ ਹੈਗੇ ਨੇ ਉਹ ਇਸੇ 'ਚ ਹੀ ਸ਼ਾਮਲ ਆ। 4 ਰਾਜਾਂ ਦੀ ਜਿਹੜੀ ਹੈਗੀ ਆ ਉਹ ਸਾਂਝੀ ਹਾਈ ਕੋਰਟ ਹੈਗੀ ਆ ਗੁਵਾਹਾਟੀ, ਠੀਕ ਹੈ। ਬੈਂਚ ਇਹਦਾ ਕਿੱਥੇ ਹੈਗਾ ਸਾਡੇ ਕੋਲ, ਉਹ ਸੀਟ ਕਿੱਥੇ ਹੈਗੀ ਆ ਜੀ ਸਾਡੇ ਕੋਲ ਗੁਵਾਹਾਟੀ ਦੇ ਵਿੱਚ। ਤੇ ਕਾਫੀ ਵਾਰ ਕਾਮਨ ਪੁੱਛਿਆ ਜਾਣ ਵਾਲਾ ਕੁਐਸਚਨ ਹੈਗਾ ਇਹ। ਅਸਾਮ, ਨਾਗਾਲੈਂਡ, ਮਿਜ਼ੋਰਮ ਤੇ ਅਰੁਣਾਚਲ ਪ੍ਰਦੇਸ਼ ਚਾਰਾਂ ਦੀ ਸਾਂਝੀ ਆ ਤੇ ਸਭ ਤੋਂ ਵੱਡੀ ਵੀ ਆ। ਤੇ ਸਭ ਤੋਂ ਵੱਧ ਰਾਜਾਂ ਦੀ ਸਾਂਝੀ ਹਾਈ ਕੋਰਟ ਗੁਵਾਹਾਟੀ। ਬੰਬੇ ਮੈਂ ਆਲਰੇਡੀ ਦੱਸ ਚੁੱਕੀ ਹਾਂ, ਬੰਬੇ ਦੀ ਕਿੱਥੇ ਹੈ ਜੀ ਮੁੰਬਈ, ਠੀਕ ਹੈ। ਮੁੰਬਈ ਕਿੰਨਾ ਦੀ ਸਾਂਝੀ ਹਾਈ ਕੋਰਟ ਆ, ਜੇ ਇਹ ਪੁੱਛ ਲੈਣ ਤਾਂ ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਆਲਰੇਡੀ ਮੁੰਬਈ ਆ ਹੀ ਗਿਆ, ਮਤਲਬ ਕਿ ਆਪਾਂ ਇਹ ਕਹਿ ਸਕਦੇ ਹਾਂ ਮਹਾਰਾਸ਼ਟਰ ਸਟੇਟ ਕਿਹੜੀ ਦੀ ਸਾਂਝੀ ਹੋਗੀ, ਮਹਾਰਾਸ਼ਟਰ ਸਟੇਟ ਦੀ, ਠੀਕ ਹੈ। ਗੋਆ ਜਿਹੜੀ ਸਾਡੀ ਨਿੱਕੀ ਸਟੇਟ ਹੈਗੀ ਆ ਗੋਆ, ਕਿਉਂਕਿ ਬਿਲਕੁਲ ਨਾਲ ਆ ਨਾ ਮਹਾਰਾਸ਼ਟਰ ਦੇ ਨੀਚੇ, ਤਾਂ ਗੋਆ। ਤੇ ਨਾਲ ਹੀ ਸਾਡੀ ਜਿਹੜੀ ਦਾਦਰਾ ਐਂਡ ਨਗਰ ਹਵੇਲੀ ਜਿਹੜੀ ਕਿ ਹੁਣ ਇਕੱਠੀ ਹੋ ਚੁੱਕੀ ਆ ਨਾ 2020 ਤੋਂ ਸਾਡੀ ਇਕੱਠੀ ਜੁਟੀ ਆ। ਪਹਿਲਾਂ ਇਹ ਦੋ ਅਲੱਗ-ਅਲੱਗ ਸੀਗੀਆਂ, ਦਮਨ ਤੇ ਦਿਊ, ਦਮਨ ਐਂਡ ਦਿਊ ਅਲੱਗ ਸੀ, ਦਾਦਰਾ ਨਗਰ ਹਵੇਲੀ ਅਲੱਗ ਸੀ। ਤੇ 26 ਜਨਵਰੀ 2020 ਤੋਂ ਜਿਹੜੀ ਹੈਗੀ ਆ ਕਾਮਨ ਨੇ, ਇਕੱਠੀਆਂ ਨੇ, ਇੱਕ ਹੀ ਨੇ। ਇਹਦਾ ਮਤਲਬ ਕੀ ਆ, ਤਿੰਨਾਂ ਦੀ ਜਿਹੜੀ ਸਾਂਝੀ ਹੈਗੀ ਆ ਮੁੰਬਈ, ਠੀਕ ਹੈ। ਪੰਜਾਬ ਹਰਿਆਣਾ ਹਾਈ ਕੋਰਟ ਤੁਹਾਨੂੰ ਪਤਾ ਹੀ ਆ, ਪੰਜਾਬ ਦੀ, ਹਰਿਆਣਾ ਦੀ ਤੇ ਨਾਲ ਚੰਡੀਗੜ੍ਹ ਦੀ ਸਾਂਝੀ ਆ, ਠੀਕ ਹੈ। ਕਲਕੱਤਾ ਦੀ ਗੱਲ ਕਰਦੇ ਆ ਤਾਂ ਕਲਕੱਤਾ ਜੀ ਆਪਣੀ ਤਾਂ ਹੈ ਹੀ ਹੈ, ਯਾਨੀ ਕਿ ਆਪਾਂ ਕਹਿ ਦਈਏ ਕਿ ਵੈਸਟ ਬੰਗਾਲ ਹੈ ਨਾ, ਪੱਛਮੀ ਬੰਗਾਲ ਦੀ ਤਾਂ ਹੈ ਹੀ ਹੈ, ਬਟ ਜਿਹੜੀ ਸਾਡੇ ਕੋਲ ਅੰਡੇਮਾਨ ਤੇ ਨਿਕੋਬਾਰ ਹੈ, ਠੀਕ ਹੈ, ਅੰਡੇਮਾਨ ਨਿਕੋਬਾਰ यूटी ਦੀ ਵੀ ਸਾਂਝੀ ਹਾਈ ਕੋਰਟ। ਨੈਕਸਟ, ਹਾਈ ਕੋਰਟ ਦਾ ਅਧਿਕਾਰ ਖੇਤਰ ਕੌਣ ਵਧਾ ਸਕਦਾ, ਤਾਂ ਹਾਈ ਕੋਰਟ ਦਾ ਅਧਿਕਾਰ, ਹਾਈ ਕੋਰਟ ਦੇ ਨਾਲ ਰਿਲੇਟਡ ਨਾ ਇੱਥੇ ਦੋ ਕਨਫਿਊਜ਼ਡ ਕੁਐਸਚਨ ਪੁੱਛੇ ਜਾਂਦੇ ਆ। ਜੇ ਪੁੱਛਣ ਯੂਰੀਡਿਕਸ਼ਨ ਕੌਣ ਵਧਾ ਸਕਦਾ ਤਾਂ ਆਨਸਰ ਆਊਗਾ ਤੁਹਾਡਾ ਬੇਟਾ ਜੀ ਸੰਸਦ, ਠੀਕ ਹੈ। ਸੰਸਦ ਯਾਨੀ ਕਿ ਪਾਰਲੀਮੈਂਟ ਵਧਾ ਸਕਦੀ ਆ। ਜੇ ਪੁੱਛਣ ਕਿ ਹਾਈ ਕੋਰਟ ਦੇ ਜੱਜਾਂ ਦੀ ਗਿਣਤੀ, ਠੀਕ ਹੈ, ਜੱਜਾਂ ਦੀ ਗਿਣਤੀ ਵਧਾ ਘਟਾ ਕੌਣ ਸਕਦਾ ਹੈਗਾ, ਉਹ ਕਰ ਸਕਦਾ ਹੈਗਾ ਰਾਸ਼ਟਰਪਤੀ, ਠੀਕ ਹੈ, ਰਾਸ਼ਟਰਪਤੀ। ਜਦੋਂ ਕਿ ਜੇ ਪੁੱਛਣ ਸੁਪਰੀਮ ਕੋਰਟ ਦੇ, ਤਾਂ ਸੁਪਰੀਮ ਕੋਰਟ ਦੇ ਜੱਜਾਂ ਦੀ ਜਿਹੜੀ ਗਿਣਤੀ ਹੈਗੀ ਆ ਉਹ ਕੌਣ ਡਿਸਾਈਡ ਕਰਦੀ ਹੈਗੀ ਆ, ਸੰਸਦ ਦੀ, ਠੀਕ ਹੈ। ਤਾਂ ਤਿੰਨ ਮੇਨ ਪੁਆਇੰਟ ਨੇ ਜਿਨ੍ਹਾਂ ਦੇ ਵਿੱਚ ਉਲਝਣਾ ਨਹੀਂ। ਹਾਈ ਕੋਰਟ ਦਾ ਅਧਿਕਾਰ ਖੇਤਰ ਵਧਾ ਘਟਾ ਸਕਦਾ ਹੈਗਾ ਸੰਸਦ, ਠੀਕ ਹੈ। ਹਾਈ ਕੋਰਟ ਦੇ ਜਿਹੜੇ ਜੱਜ ਹੈਗੇ ਨੇ ਇਹਨਾਂ ਦੀ ਗਿਣਤੀ ਵਧਾ ਘਟਾ ਕੌਣ ਸਕਦਾ ਹੈਗਾ, ਰਾਸ਼ਟਰਪਤੀ। ਬਰਡਨ ਦੇ ਹਿਸਾਬ ਨਾਲ ਹੁੰਦਾ, ਜਿੱਥੇ ਹਾਈ ਕੋਰਟ ਦੇ ਵਿੱਚ ਜਿਸ ਤਰ੍ਹਾਂ ਦਾ ਬਰਡਨ ਹੈ ਵੱਧ ਘਟ ਰਿਹਾ ਹੈਗਾ ਹਨਾ, ਤਾਂ ਉਸ ਕੇਸ ਦੇ ਵਿੱਚ ਜਿਹੜਾ ਹੈ ਇਹਨਾਂ ਦੀ ਗਿਣਤੀ ਜੱਜਾਂ ਦੀ ਵਧਾਈ ਘਟਾਈ ਜਾ ਸਕਦੀ ਹੈ ਰਾਸ਼ਟਰਪਤੀ ਦੇ ਦੁਆਰਾ। ਨੈਕਸਟ, ਕਿਹੜੀ ਗੁਹਾਟੀ ਹਾਈ ਕੋਰਟ ਦੇ ਖੇਤਰੀ ਅਧਿਕਾਰ ਦੇ ਵਿੱਚ ਸ਼ਾਮਲ ਨਹੀਂ ਆ, ਹਨਾ। ਤਾਂ ਟੈਰੀਟੋਰੀਅਲ ਜਿਹੜੀ ਯੂਰੀਡਿਕਸ਼ਨ ਹੈ, ਖੇਤਰੀ ਅਧਿਕਾਰ ਮਤਲਬ ਹੁੰਦਾ ਟੈਰੀਟੋਰੀਅਲ, ਮਤਲਬ ਕਿਹੜੇ ਏਰੀਆਜ਼ ਦੇ ਵਿੱਚ ਸ਼ਾਮਲ ਨੇ। ਟੈਰੀਟੋਰੀਅਲ ਜਿਵੇਂ ਮੈਂ ਪਹਿਲਾਂ ਦੱਸ ਚੁੱਕੀ ਹਾਂ ਕਿ 4 ਸਟੇਟਾਂ ਸ਼ਾਮਲ ਨੇ ਟੈਰੀਟੋਰੀਅਲ ਯੂਰੀਡਿਕਸ਼ਨ, ਠੀਕ ਹੈ। ਤਾਂ ਇਹਨੂੰ ਅਸੀਂ ਕਹਿੰਦੇ ਆ ਖੇਤਰੀ ਅਧਿਕਾਰ ਖੇਤਰ। ਤਾਂ ਇਹਦੇ ਵਿੱਚ ਸਾਡੇ ਕੋਲ ਮੈਂ ਆਲਰੇਡੀ ਦੱਸ ਚੁੱਕੀ ਹਾਂ ਗੁਹਾਟੀ ਹਾਈ ਕੋਰਟ ਦੇ ਵਿੱਚ ਤੁਹਾਡੇ ਕੋਲ ਕੌਣ ਸ਼ਾਮਲ ਆ। ਏ ਯਾਨੀ ਕਿ ਅਸਾਮ, ਠੀਕ ਹੈ, ਏ यानी कि अरुणाचल प्रदेश, एन यानी कि नागालैंड एंड एम मिजोरम। क्लीयर बेटा जी। ਤਾਂ ਸਾਡੇ ਕੋਲ ਇਹਦਾ ਮਤਲਬ ਫਿਰ ਇਹ ਚ ਕੀ ਨਹੀਂ ਹੈ, ਅਸਾਮ ਹੈ ਸਾਡੇ ਕੋਲ, ਨਾਗਾਲੈਂਡ ਵੀ ਹੈ ਸਾਡੇ ਕੋਲ, ਮਿਜ਼ੋਰਮ ਵੀ ਹੈ। ਤਾਂ ਆਨਸਰ ਕੀ ਬਣ ਗਿਆ ਸਾਡੇ ਕੋਲ, ਮੇਘਾਲਿਆ। ਤੇ ਇਹਦੇ ਅਧਿਕਾਰ ਖੇਤਰ ਦੇ ਵਿੱਚ ਕੌਣ ਸ਼ਾਮਲ ਨਹੀਂ ਆ, ਮੇਘਾਲਿਆ। ਮੇਘਾਲਿਆ ਦੀ ਜਿਹੜੀ ਹੈਗੀ ਆ ਆਪਣੀ ਸੀਟ ਆ, 2013 ਤੋਂ ਇਹ ਸਥਾਪਿਤ ਕੀਤੀ ਗਈ ਸੀ। ਤੇ ਮੇਘਾਲਿਆ ਦੀ ਰਾਜਧਾਨੀ ਤੁਹਾਨੂੰ ਸਭ ਨੂੰ ਪਤਾ ਹੋਏਗਾ ਸ਼ਿਲੌਂਗ, ਹਨਾ। ਜਿੱਥੇ ਤੁਹਾਨੂੰ ਬੇਟਾ ਆਨਸਰ ਬਿਲਕੁਲ ਨਾ ਪਤਾ ਹੋਵੇ ਤਾਂ ਤੁਹਾਨੂੰ ਰਾਜ ਤੇ ਰਾਜਾਂ ਦੀਆਂ ਰਾਜਧਾਨੀਆਂ ਜ਼ਰੂਰ ਯਾਦ ਹੋਣਗੀਆਂ, ਜੇ ਨਹੀਂ ਯਾਦ ਤਾਂ ਜ਼ਰੂਰ ਕਰੋ, ਹਨਾ, ਇਹ ਇੰਪੋਰਟੈਂਟ ਆ। ਤਾਂ ਤੁਸੀਂ ਰਾਜਧਾਨੀ ਜਿੱਥੇ ਉਹਨਾਂ ਦੀ ਹੋਊਗੀ ਨਾ, ਉਸੇ ਜਗ੍ਹਾ ਦੇ ਉੱਪਰ ਹੀ ਇਹਨਾਂ ਦੀਆਂ ਜ਼ਿਆਦਾਤਰ ਯੂਰੀਡਿਕਸ਼ਨਸ ਹੁੰਦੀਆਂ, ਕੁਝ ਖੇਤਰਾਂ ਨੂੰ ਛੱਡ ਕੇ ਜਿਹੜੇ ਮੇਨ ਸੀਟਸ ਹੈਗੀਆਂ ਨਾ ਉਹਨਾਂ ਨੂੰ ਛੱਡ ਕੇ ਬਾਕੀ ਸਭ ਦੀਆਂ ਜਿਹੜੀਆਂ ਸੀਟਸ ਨੇ ਉਹਨਾਂ ਦੀ ਰਾਜਧਾਨੀ ਦੇ ਵਿੱਚ ਹੀ ਨੇ। ਤਾਂ ਮੇਘਾਲਿਆ ਦੀ ਸੀਟ ਆ ਜਿਹੜੀ ਉਹ ਸ਼ਿਲੌਂਗ 'ਚ ਆ। ਦੈਨ ਐਕਟਿੰਗ ਮੁੱਖ ਜੱਜ ਯਾਨੀ ਕਿ ਐਕਟਿੰਗ ਚੀਫ ਜਸਟਿਸ ਦੀ ਨਿਯੁਕਤੀ ਕਿੱਥੇ ਹੋ ਸਕਦੀ ਆ। ਦੇਖੋ ਚੀਫ ਜਸਟਿਸ ਕਿੱਥੇ ਹੋਣਗੇ, ਸਾਡੇ ਕੋਲ ਚੀਫ ਜਸਟਿਸ ਨੇ ਜਿਹੜੇ ਉਹ ਹਾਈ ਕੋਰਟ 'ਚ ਵੀ ਹੋ ਸਕਦੇ ਆ, ਹਨਾ।
ਸੁਪਰੀਮ ਕੋਰਟ 'ਚ ਵੀ ਹੁੰਦੇ ਆ, ਤਾਂ ਤੁਹਾਨੂੰ ਪਤਾ ਹੀ ਹੈ ਨਾ। ਸੁਪਰੀਮ ਕੋਰਟ ਦੇ ਵਿੱਚ ਵੀ ਹੈ ਸਾਡਾ ਭਾਰਤ ਦਾ ਚੀਫ ਜਸਟਿਸ ਆਫ ਇੰਡੀਆ, ਤੇ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਹੈਗਾ ਇੱਕ ਚੀਫ ਜਸਟਿਸ ਹੋਊਗਾ ਹੀ ਹੋਊਗਾ। ਤਾਂ ਜਿਹੜਾ ਚੀਫ ਜਸਟਿਸ ਹੈ ਇਹਦਾ ਮਤਲਬ ਜੇ ਦੋਨਾਂ ਥਾਵਾਂ ਦੇ ਉੱਪਰ ਹੈਗੇ ਆ ਤੇ ਬਾਈ ਚਾਂਸ ਇਹ ਦੋਨੋਂ ਆਪਣੇ ਅਹੁਦੇ ਦੇ ਉੱਪਰ ਨਹੀਂ ਹੈਗੇ, ਕਿਸੇ ਕਾਰਨ ਇਹਨਾਂ ਨੂੰ ਆਪਣਾ ਅਹੁਦਾ ਛੱਡਣਾ ਪੈ ਗਿਆ, ਇੰਪੀਚਮੈਂਟ ਪ੍ਰੋਸੈਸ ਹੋ ਗਈ, ਰਿਜ਼ਾਈਨ ਹੋ ਗਿਆ, ਤਾਂ ਉਸ ਕੇਸ ਦੇ ਵਿੱਚ ਫਿਰ ਰਾਸ਼ਟਰਪਤੀ ਜਿਹੜਾ ਹੈਗਾ ਇਹਨਾਂ ਦੋਵਾਂ ਥਾਵਾਂ ਦੇ ਉੱਪਰ ਜਿਹੜਾ ਹੈ ਐਕਟਿੰਗ ਚੀਫ ਜਸਟਿਸ ਨੂੰ ਨਿਯੁਕਤ ਕਰ ਸਕਦਾ। ਤਾਂ ਐਕਟਿੰਗ ਚੀਫ ਜਸਟਿਸ ਰਾਸ਼ਟਰਪਤੀ ਦੇ ਦੁਆਰਾ ਨਿਯੁਕਤ ਕੀਤੇ ਜਾ ਸਕਦੇ ਆ ਹਾਈ ਕੋਰਟ ਦੇ ਵਿੱਚ ਵੀ ਤੇ ਸੁਪਰੀਮ ਕੋਰਟ ਦੇ ਵਿੱਚ ਵੀ। ਨੈਕਸਟ ਕੁਐਸਚਨ ਜੇ ਆਪਣੇ ਕੋਲ ਭਾਰਤ ਦੇ ਵਿੱਚ ਕਿੰਨੀਆਂ ਹਾਈ ਕੋਰਟ ਹੈ? ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਨਾ, ਸਟਾਰਟਿੰਗ ਦੇ ਵਿੱਚ ਅਸੀਂ ਕਰ ਚੁੱਕੇ ਹਾਂ। ਸਾਡੇ ਕੋਲ ਮੌਜੂਦਾ ਕਿੰਨੀਆਂ ਹਾਈ ਕੋਰਟਸ ਨੇ? 25 ਹਾਈ ਕੋਰਟ ਨੇ। ਇਹਦੇ ਵਿੱਚੋਂ ਪੁੱਛਿਆ ਜਾਂਦਾ ਕਿ ਲੇਟੈਸਟ ਜਿਹੜੀ ਨਿਊ ਬਣੀ ਹੈਗੀ ਉਹ ਕਿਹੜੀ ਆ? ਤਾਂ ਸਾਡੇ ਕੋਲ ਬੇਟਾ ਜਿਹੜੀ ਨਿਊ ਬਣੀ ਹੈਗੀ ਉਹ ਹੈਗੀ ਅਮਰਾਵਤੀ। ਅਮਰਾਵਤੀ ਸੀਟ ਆ ਜਿਹੜੀ ਨਵੀਂ ਸਥਾਪਿਤ ਕੀਤੀ ਗਈ ਹੈ, ਠੀਕ ਹੈ। ਅਮਰਾਵਤੀ 2019 ਅਸਲ ਦੇ ਵਿੱਚ ਕੀ ਸੀਗਾ ਕਿ 2019 ਤੱਕ ਸੀਗੀ ਜਿਹੜੀ ਸਾਡੇ ਕੋਲ ਇੱਕ ਹੀ ਹਾਈ ਕੋਰਟ ਸੀ ਹੈਦਰਾਬਾਦ, ਠੀਕ ਹੈ, ਹੈਦਰਾਬਾਦ ਸੀਗੀ। ਤੇ ਹੈਦਰਾਬਾਦ ਹਾਈ ਕੋਰਟ ਆਂਧਰਾ ਪ੍ਰਦੇਸ਼ ਦੀ ਵੀ ਸੀ, ਠੀਕ ਹੈ, ਆਂਧਰਾ ਪ੍ਰਦੇਸ਼ ਦੀ ਵੀ ਸੀ ਤੇ ਤੇਲੰਗਾਨਾ ਦੀ ਵੀ ਸੀ। ਦੋਨਾਂ ਰਾਜਾਂ ਦੀ ਸਾਂਝੀ ਹਾਈ ਕੋਰਟ ਸੀਗੀ ਇਹ, ਠੀਕ ਹੈ। ਬਟ 2019 ਦੇ ਵਿੱਚ ਕੀ ਕਰ ਦਿੱਤਾ ਗਿਆ ਕਿ ਅਮਰਾਵਤੀ ਨੂੰ ਜਿਹੜਾ ਸੀਗਾ ਉਹ ਆਂਧਰਾ ਪ੍ਰਦੇਸ਼ ਦੀ ਹਾਈ ਕੋਰਟ ਬਣਾ ਦਿੱਤਾ ਗਿਆ ਤੇ ਤੇਲੰਗਾਨਾ ਦੀ ਹੈਦਰਾਬਾਦ ਬਣ ਗਈ, ਠੀਕ ਹੈ। ਸਾਡੇ ਕੋਲ ਲੇਟੈਸਟ ਜਿਹੜੀ ਬਣੀ ਉਹ ਅਮਰਾਵਤੀ ਸੀਗੀ। ਅਮਰਾਵਤੀ ਕਿਹਦੀ ਹਾਈ ਕੋਰਟ ਹੈਗੀ ਆ ਜੀ? ਕਿਹੜੀ ਸੀਟ ਹੈਗੀ ਆ ਇਹ? ਸਾਡੇ ਕੋਲ ਆਂਧਰਾ ਪ੍ਰਦੇਸ਼ ਦੀ ਸੀਟ ਆ ਅਮਰਾਵਤੀ, ਠੀਕ ਹੈ ਜੀ। ਇਹ ਵੀ ਤੁਹਾਨੂੰ ਕਲੀਅਰ ਹੋਣਾ ਜ਼ਰੂਰੀ ਹੈ। ਤਾਂ ਸਾਡੇ ਕੋਲ ਲੇਟੈਸਟ ਜਿਹੜੀ 25ਵੀਂ ਬਣੀ ਉਹ ਕਿਹੜੀ ਸੀ? ਅਮਰਾਵਤੀ ਹਾਈ ਕੋਰਟ। ਨੈਕਸਟ ਕੁਐਸਚਨ ਆ ਜੀ ਆਪਣੇ ਕੋਲ, ਕਿਹੜਾ ਹਾਈ ਕੋਰਟ ਤੇ ਸੀਟ ਦਾ ਜੋੜਾ ਗਲਤ ਆ? ਹਨਾ, ਮੈਂ ਆਲਰੇਡੀ ਦੱਸ ਚੁੱਕੀ ਹਾਂ। ਸੀਟ ਕੀ ਹੁੰਦੀ ਹੈ ਬੇਟਾ? ਜਿੱਥੇ ਉਹਦੀ ਸਥਾਪਨਾ ਹੋਈ ਹੋਈ ਹੈ, ਜਗ੍ਹਾ ਜਿੱਥੇ ਉਹ ਬਣੀ ਹੋਈ ਆ, ਹਨਾ। ਤਾਂ ਆਂਧਰਾ ਪ੍ਰਦੇਸ਼ ਦੀ ਅਮਰਾਵਤੀ ਅਸੀਂ ਹੁਣੇ ਕਰਕੇ ਹਟਿਆ, ਬਿਲਕੁਲ ਸਹੀ ਆ। ਛੱਤੀਸਗੜ੍ਹ ਦੀ ਜਿਹੜੀ ਹੈਗੀ ਉਹ ਬਿਲਾਸਪੁਰ ਦੇ ਵਿੱਚ ਹੈ, ਵੀ ਬਿਲਕੁਲ ਸਹੀ ਆ। ਰਾਜਸਥਾਨ ਦੀ ਜੋਧਪੁਰ ਦੇ ਵਿੱਚ ਹੈ, ਵੀ ਬਿਲਕੁਲ ਸਹੀ ਹੈ। ਤਾਂ ਮਤਲਬ ਸਾਡੇ ਕੋਲ ਆਨਸਰ ਹੋਊਗਾ 4th ਜਿਹੜਾ ਗਲਤ ਆ, ਹਨਾ। ਆਪਾਂ ਚੈੱਕ ਕਰਦੇ ਆ ਕੀ ਹੈ। ਇਹਨਾਂ ਨੇ ਦਿੱਤਾ ਹੋਇਆ ਉੜੀਸਾ। ਕਹਿੰਦੇ ਉੜੀਸਾ ਦੀ ਜਿਹੜੀ ਹੈਗੀ ਆ ਉਹ ਏਰਨਕੁਲਮ ਆ। ਦੋਨਾਂ ਦੀ ਮੈਂ ਇੱਥੇ ਕਲੀਅਰ ਕਰ ਦਿੰਨੀ ਆ। ਜਿਹੜੀ ਉੜੀਸਾ ਹਾਈ ਕੋਰਟ ਹੈ ਸਾਡੇ ਕੋਲ, ਠੀਕ ਹੈ, ਉੜੀਸਾ, ਉੜੀਸਾ ਹਾਈ ਕੋਰਟ ਦੀ ਸੀਟ ਹੈ ਸਾਡੇ ਕੋਲ ਕਟਕ, ਠੀਕ ਹੈ, ਕਟਕ। ਤੇ ਜਿਹੜੀ ਸਾਡੇ ਕੋਲ ਏਰਨਕੁਲਮ ਹੈ ਨਾ, ਇਹ ਕੇਰਲਾ ਦੀ ਆ, ਕੇਰਲਾ। ਕੇਰਲਾ ਦੀ ਸੀਟ ਕਿੱਥੇ ਹੈ ਬੇਟਾ ਜੀ ਆਪਣੇ ਕੋਲ? ਏਰਨਾਕੁਲਮ। ਬਸ ਇਹ ਦੋ ਅਲੱਗ ਜੀਆਂ ਸੀਟਸ ਨੇ ਜਿਹੜੀਆਂ ਤੁਹਾਨੂੰ ਧਿਆਨ ਦੇ ਵਿੱਚ ਰੱਖਣੀਆਂ ਪੈਣਗੀਆਂ। ਅਦਰਵਾਈਜ਼ ਇੱਕ ਛੱਤੀਸਗੜ੍ਹ ਦੀ ਧਿਆਨ ਦੇ ਵਿੱਚ ਰੱਖ ਲਿਓ, ਵੈਸੇ ਪੁੱਛੀਆਂ ਨਹੀਂ ਜਾਂਦੀਆਂ ਨਾ, ਇਹ ਥੋੜੀਆਂ ਜਿਹਾ ਕਨਫਿਊਜ਼ਡ ਨੇ, ਮੈਂ ਇਸ ਕਰਕੇ ਇੱਥੇ ਐਡ ਕੀਤੀਆਂ ਤਾਂ ਕਿ ਤੁਹਾਨੂੰ ਕਲੀਅਰ ਹੋ ਜਾਣ। ਤਾਂ ਛੱਤੀਸਗੜ੍ਹ ਬਿਲਾਸਪੁਰ ਦੇ ਵਿੱਚ ਆ, ਉੜੀਸਾ ਦੀ ਕਟਕ ਦੇ ਵਿੱਚ ਆ, ਤੇ ਕੇਰਲਾ ਦੀ ਹੈਗੀ ਆ ਸਾਡੇ ਕੋਲ ਐਰਨਾਕੁਲਮ। ਤਾਂ ਜੋੜਾ ਸਾਡੇ ਕੋਲ ਇਹ ਵਾਲਾ ਗਲਤ ਸੀ ਕਿਉਂਕਿ ਉੜੀਸਾ ਦੀ ਕਿਹੜੀ ਹੈਗੀ ਆ? ਕਟਕ ਸੀਟ, ਠੀਕ ਹੈ। ਸੀਟ ਕਿੱਥੇ? ਹਾਈ ਕੋਰਟ ਦੀ ਕਟਕ ਦੇ ਵਿੱਚ। ਕਿਹੜੀ ਸ਼ਕਤੀ ਹਾਈ ਕੋਰਟ ਕੋਲ ਨਹੀਂ ਆ? ਠੀਕ ਹੈ, ਇਹ ਮੈਂ ਤੁਹਾਨੂੰ ਲਾਸਟ ਕਲਾਸ ਦੇ ਵਿੱਚ ਵੀ ਦੱਸ ਚੁੱਕੀ ਆ। ਸੁਪਰਵਾਈਜ਼ਰੀ ਪਾਵਰ, ਬਿਲਕੁਲ ਹਾਈ ਕੋਰਟ ਦੇ ਕੋਲ ਸੁਪਰਵਾਈਜ਼ਰੀ ਯਾਨੀ ਕਿ ਜਿਹੜੀਆਂ ਲੋਅਰ ਕੋਰਟਸ ਹੈਗੀਆਂ ਉਹਨਾਂ ਦੀ ਨਿਗਰਾਨੀ ਕਰਨ ਦਾ ਅਧਿਕਾਰ ਹੈ। ਅਪੀਲੀ ਵੀ ਹੈ। ਲੋਅਰ ਕੋਰਟਸ ਜਿੰਨੀਆਂ ਵੀ ਸਬਆਰਡੀਨੇਟ ਕੋਰਟਸ ਨੇ ਉਹ ਹਾਈ ਕੋਰਟ ਤੱਕ ਆਪਣਾ ਜਿਹੜਾ ਹੈ ਲਿਜਾ ਸਕਦੀਆਂ ਨੇ। ਜੁਡੀਸ਼ੀਅਲ ਰਿਵਿਊ, ਇਹ ਵੀ ਜਿਹੜੀ ਹੈਗੀ ਆ ਜਿਹੜੇ ਕਾਨੂੰਨ ਬਣਾਉਂਦੀ ਹੈਗੀ ਆ ਸੰਸਦ ਜਾਂ ਵਿਧਾਨ ਸਭਾ, ਉਹਨਾਂ ਦੀ ਨਿਗਰਾਨੀ ਕਰ ਸਕਦੀ ਆ ਨਾ। 226 ਆਰਟੀਕਲ ਦੇ ਅਕੋਰਡਿੰਗ ਰਿਟ ਵੀ ਜਾਰੀ ਕਰ ਸਕਦੀ ਆ ਨਾ। ਤੇ ਇਹਦੇ ਕੋਲ ਮੇਨ ਪਾਵਰ ਆ ਜੁਡੀਸ਼ੀਅਲ ਰਿਵਿਊ ਦੀ। ਇਹਦੇ ਕੋਲ ਐਡਵਾਈਜ਼ਰੀ ਪਾਵਰ ਨਹੀਂ ਹੈਗੀ। ਇਹ ਮੈਂ ਤੁਹਾਨੂੰ ਲਾਸਟ ਕਲਾਸ ਦੇ ਵਿੱਚ ਵੀ ਦੱਸਿਆ ਸੀ, ਇਹਦੇ ਕੋਲ ਐਡਵਾਈਜ਼ਰੀ ਪਾਵਰ ਨਹੀਂ ਆ। ਐਡਵਾਈਜ਼ਰੀ ਪਾਵਰ ਆਰਟੀਕਲ 143 ਦੇ ਅਕੋਰਡਿੰਗ ਕਿਹਦੇ ਕੋਲ ਹੈ? ਐਡਵਾਈਜ਼ਰੀ ਪਾਵਰ ਹੈਗੀ ਆ ਸਾਡੀ ਸੁਪਰੀਮ ਕੋਰਟ ਦੇ ਕੋਲ, ਠੀਕ ਹੈ। ਤੇ ਇਹਦੇ ਕੋਲ ਐਡਵਾਈਜ਼ਰੀ ਯੂਰੀਡਿਕਸ਼ਨ ਦਾ ਅਧਿਕਾਰ ਖੇਤਰ ਨਹੀਂ। ਨੈਕਸਟ, ਸਬਆਰਡੀਨੇਟ ਕੋਰਟ। ਸਬਆਰਡੀਨੇਟ ਕੋਰਟਸ ਕਿਹੜੀਆਂ ਨੇ ਬੇਟਾ? ਲੋਅਰ ਕੋਰਟਸ। ਜਿਵੇਂ ਸਾਡੇ ਕੋਲ ਹੈਗੀ ਆ ਸਭ ਤੋਂ ਉੱਪਰ ਸੁਪਰੀਮ ਕੋਰਟ, ਉਹਦੇ ਨੀਚੇ ਹਾਈ ਕੋਰਟ। ਹਾਈ ਕੋਰਟਸ ਦੇ ਨੀਚੇ ਜਿਹੜੇ ਸਾਡੇ ਕੋਲ ਲੋਕਲ ਲੈਵਲਸ ਦੇ ਉੱਪਰ ਨੇ, ਠੀਕ ਹੈ। ਜਿਵੇਂ ਆਪਾਂ ਕਹਤਾ ਸਟੇਟਾਂ ਨੇ, ਤਾਂ ਸਟੇਟਾਂ ਦੇ ਵਿੱਚ ਅੱਗੋਂ ਜ਼ਿਲ੍ਹੇ ਨੇ, ਹੋਰ ਕਾਫੀ ਡਿਵੀਜ਼ਨ ਹੋਈ ਆ। ਤਾਂ ਉਹਨਾਂ ਦੇ ਵਿੱਚ ਜੋ ਡਿਵੀਜ਼ਨ ਹੈਗੀ ਆ ਉਹਨਾਂ ਦੇ ਵਿੱਚ ਸਾਡੇ ਕੋਲ ਸਬਆਰਡੀਨੇਟ ਕੋਰਟਸ ਨੇ। ਜਿਵੇਂ ਸੈਸ਼ਨ ਕੋਰਟਸ ਹੋ ਗਈਆਂ, ਠੀਕ ਹੈ, ਜਾਂ ਆਪਾਂ ਕਹਿ ਦਈਏ ਸੈਸ਼ਨ ਕੋਰਟ ਹੋ ਗਈਆਂ ਸਾਡੇ ਕੋਲ, ਜਾਂ ਅਸੀਂ ਇਹ ਆਖ ਸਕਦੇ ਹੈਗੇ ਆ ਜ਼ਿਲ੍ਹਾ ਅਦਾਲਤਾਂ ਹੋ ਗਈਆਂ ਸਾਡੇ ਕੋਲ, ਹਨਾ। ਜ਼ਿਲ੍ਹਾ ਅਦਾਲਤਾਂ ਹੋ ਗਈਆਂ, ਇਹ ਸਾਰੀਆਂ ਸਾਡੇ ਕੋਲ ਲੋਕਲ ਕੋਰਟਸ ਨੇ, ਠੀਕ ਹੈ, ਜਿਨ੍ਹਾਂ ਨੂੰ ਅਸੀਂ ਸਬਆਰਡੀਨੇਟ ਕੋਰਟਸ ਦੇ ਅੰਡਰ ਰੱਖਦੇ ਹਾਂ। ਤਾਂ ਇਹਦੇ ਨਾਲ ਰਿਲੇਟਡ ਸਾਡੇ ਕੋਲ ਆਰਟੀਕਲ ਕਿਹੜਾ ਹੈਗਾ? ਆਰਟੀਕਲ 233 ਤੋਂ 37। 233 ਤੋਂ 37 ਦੇ ਵਿਚਕਾਰ ਸਬਆਰਡੀਨੇਟ ਕੋਰਟਸ ਦੀ ਗੱਲ ਕੀਤੀ ਗਈ ਆ। ਲੋਕਲ ਲੈਵਲ ਦੇ ਉੱਪਰ ਜਿਹੜੀਆਂ ਕੋਰਟਸ ਹੈਗੀਆਂ ਨੇ ਉਹਨਾਂ ਦੀ ਗੱਲ ਕੀਤੀ ਗਈ ਹੈ, ਠੀਕ ਹੈ ਜੀ।
ਨੈਕਸਟ, ਜ਼ਿਲ੍ਹਾ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ? ਦੇਖੋ ਇਹ ਬਹੁਤ ਇੰਪੋਰਟੈਂਟ ਆ ਨਾ, ਹਾਈ ਕੋਰਟ ਦੇ ਜੱਜ ਤੇ ਸੁਪਰੀਮ ਕੋਰਟ ਦੇ ਜੱਜ ਦੋਨਾਂ ਦੀ ਨਿਯੁਕਤੀ ਕੌਣ ਕਰਦਾ ਹੈ? ਰਾਸ਼ਟਰਪਤੀ। ਠੀਕ ਹੈ, ਤੇ ਸਟੇਟਾਂ ਦੇ ਵਿੱਚ ਵੈਸੇ ਹਾਈ ਕੋਰਟ ਸਟੇਟਾਂ 'ਚ ਹੁੰਦੀਆਂ ਤੇ ਇਹਨਾਂ ਦੀ ਨਿਯੁਕਤੀ ਕਿਹਨੂੰ ਕਰਨੀ ਚਾਹੀਦੀ ਸੀ? ਗਵਰਨਰ ਨੂੰ। ਠੀਕ ਹੈ, ਬਟ ਗਵਰਨਰ ਕਿਹਦੀ ਨਿਯੁਕਤੀ ਕਰਦਾ ਹੈਗਾ ਜੀ? ਜਿਹੜੀਆਂ ਸਾਡੇ ਕੋਲ ਜ਼ਿਲ੍ਹਾ ਜੱਜ ਹੈਗੇ ਨੇ, ਸਬੋਰਡੀਨੇਟ ਕੋਰਟਸ ਨੇ ਜਿਹੜੀਆਂ ਜ਼ਿਲ੍ਹਾ ਅਦਾਲਤਾਂ ਨੇ। ਠੀਕ ਹੈ, ਤਾਂ ਜ਼ਿਲ੍ਹਾ ਅਦਾਲਤਾਂ ਦੇ ਜਿਹੜੇ ਜੱਜ ਹੈਗੇ ਨੇ ਉਹਨਾਂ ਦੀ ਨਿਯੁਕਤੀ ਗਵਰਨਰ ਦੇ ਦੁਆਰਾ, ਉਸ ਰਾਜ ਦੇ ਗਵਰਨਰ ਦੇ ਦੁਆਰਾ ਕੀਤੀ ਜਾਂਦੀ ਹੈ। ਠੀਕ ਹੈ, ਮੰਨ ਲਓ ਕਿ ਫਰੀਦਕੋਟ ਦੀ ਜਿਹੜੀ ਸੈਸ਼ਨ ਕੋਰਟ ਹੈਗੀ ਆ, ਠੀਕ ਹੈ, ਫਰੀਦਕੋਟ ਦੀ ਸੈਸ਼ਨ ਕੋਰਟ ਆ, ਤਾਂ ਉਹਦੇ ਜਿਹੜੇ ਜੱਜ ਹੈਗੇ ਨੇ ਉਹਨਾਂ ਦੀ ਨਿਯੁਕਤੀ ਕਿਵੇਂ ਕਰੂ, ਕੌਣ ਕਰੂਗਾ? ਤਾਂ ਫਰੀਦਕੋਟ ਦੀ ਜਿਹੜੀ ਸੈਸ਼ਨ ਕੋਰਟ ਹੈ, ਮੈਂ ਇੱਥੇ ਸਮਝਾ ਦਿੰਦੀ ਹਾਂ, ਸੈਸ਼ਨ ਕੋਰਟ। ਠੀਕ ਹੈ, ਜਾਂ ਜਿਹੜੀ ਜ਼ਿਲ੍ਹਾ ਅਦਾਲਤ ਹੈ, ਡਿਸਟ੍ਰਿਕਟ ਕੋਰਟ ਆ, ਉਹਦੇ ਜਿਹੜੇ ਜੱਜਸ ਹੈਗੇ ਨੇ ਉਹਨਾਂ ਦੀ ਨਿਯੁਕਤੀ ਕੌਣ ਕਰੂਗਾ? ਗਵਰਨਰ। ਠੀਕ ਹੈ, ਗਵਰਨਰ ਦੇ ਦੁਆਰਾ ਕੀਤੀ ਜਾਊਗੀ। ਠੀਕ ਹੈ, ਤਾਂ ਇਹਨੂੰ ਧਿਆਨ ਦੇ ਵਿੱਚ ਰੱਖਿਓ। ਬਨਵਾਰੀ ਲਾਲ ਪੁਰੋਹਿਤ ਹੁਣ ਜਿਹੜੇ ਹੈਗੇ ਨੇ ਗਵਰਨਰ, ਤਾਂ ਉਹ ਫਿਰ ਪੰਜਾਬ ਦੇ ਜਿਹੜਾ ਹੈਗਾ ਫਰੀਦਕੋਟ ਹਾਈ ਕੋਰਟ ਜਾਂ ਜਿਹੜੀ ਸੈਸ਼ਨ ਕੋਰਟ ਹੈਗੀ ਉਹਦੇ ਜੱਜਾਂ ਦੀ ਨਿਯੁਕਤੀ ਕਰਨਗੇ, ਬਟ ਉਹ ਆਪਣੀ ਮਰਜ਼ੀ ਦੇ ਨਾਲ ਨਹੀਂ ਕਰ ਸਕਦਾ। ਤੇ ਇਹਦੀ ਨਿਯੁਕਤੀ ਕਰਨ ਦੇ ਲਈ ਹਾਈ ਕੋਰਟ, ਜਿਵੇਂ ਹਾਈ ਕੋਰਟ ਕਿਹੜੀ ਹੈਗੀ ਆ ਸਾਡੇ ਕੋਲ? ਪੰਜਾਬ ਹਰਿਆਣਾ ਹਾਈ ਕੋਰਟ। ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਜੱਜਸ ਹੈਗੇ ਨੇ ਉਹਨਾਂ ਦੀ ਸਲਾਹ ਦੇ ਨਾਲ, ਠੀਕ ਹੈ, ਉਹਨਾਂ ਦੀ ਸਲਾਹ ਦੇ ਉੱਪਰ ਹੀ ਗਵਰਨਰ ਫਰੀਦਕੋਟ ਦੇ ਜੱਜ ਦੀ ਨਿਯੁਕਤੀ ਕਰੂਗਾ। ਤੇ ਇਹਦਾ ਮਤਲਬ ਕੀ ਹੋਗਾ ਕਿ ਕਿਸੇ ਵੀ ਜਿਹੜੀ ਸਟੇਟ ਹੈ ਉਹਦੇ ਅੰਡਰ ਜੋ ਵੀ ਜ਼ਿਲ੍ਹੇ ਆਉਂਦੇ ਨੇ ਉਹਨਾਂ ਜ਼ਿਲ੍ਹਿਆਂ ਦੇ ਜੱਜਾਂ ਦੀ ਨਿਯੁਕਤੀ ਜਿਹੜੀ ਹੈਗੀ ਆ ਉਹ ਕਿਹਦੇ ਦੁਆਰਾ ਕੀਤੀ ਜਾਊਗੀ? ਇਹਨਾਂ ਦੇ ਦੁਆਰਾ ਹੀ। ਠੀਕ ਹੈ ਜੀ, ਗਵਰਨਰ ਦੇ ਦੁਆਰਾ, ਰਾਸ਼ਟਰਪਤੀ ਦੀ ਸਲਾਹ ਦੇ ਉੱਪਰ। ਤਾਂ ਸਾਡੇ ਕੋਲ ਇੱਥੇ ਆਨਸਰ ਕੀ ਬਣ ਗਿਆ ਕਿ ਜ਼ਿਲ੍ਹਾ ਜੱਜਾਂ ਦੀ ਨਿਯੁਕਤੀ ਕੌਣ ਕਰੂਗਾ? ਗਵਰਨਰ, ਬਟ ਕਿਹਦੀ ਸਲਾਹ ਦੇ ਉੱਪਰ? ਹਾਈ ਕੋਰਟ ਦੀ ਸਲਾਹ ਦੇ ਉੱਪਰ। ਠੀਕ ਹੈ ਜੀ, ਨੈਕਸਟ ਕੁਐਸਚਨ ਆਪਣੇ ਕੋਲ, ਜ਼ਿਲ੍ਹਾ ਜੱਜ ਡੈਸ਼ ਸਾਲ ਵਕੀਲ ਜਾਂ ਪਲੈਜਰ ਰਿਹਾ ਹੋਣਾ ਚਾਹੀਦਾ। ਜੇ ਅਸੀਂ ਜ਼ਿਲ੍ਹਾ ਜੱਜਾਂ ਦੀ ਯੋਗਤਾ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਜੱਜ ਜਿਹੜੇ ਹੈਗੇ ਨੇ, ਆਪਾਂ ਕਹਿੰਦਾ ਸੈਸ਼ਨ ਕੋਰਟ ਆ, ਤਾਂ ਸੈਸ਼ਨ ਕੋਰਟ ਦਾ ਜੋ ਵੀ ਜੱਜ ਨਿਯੁਕਤ ਕੀਤਾ ਜਾਊਗਾ, ਜਾਂ ਡਿਸਟ੍ਰਿਕਟ ਕੋਰਟ ਆ ਹਨਾ, ਜ਼ਿਲ੍ਹਾ ਅਦਾਲਤ ਹੈਗੀ ਆ, ਉਹਦਾ ਜੋ ਵੀ ਜੱਜ ਨਿਯੁਕਤ ਕੀਤਾ ਜਾਊਗਾ ਉਹ ਕੌਣ ਹੋਣਾ ਚਾਹੀਦਾ? ਉਹਦੀ ਸਭ ਤੋਂ ਵੱਡੀ ਯੋਗਤਾ ਬੇਟਾ ਇਹੀ ਹੁੰਦੀ ਆ ਕਿ ਉਹ 7 ਸਾਲ, ਠੀਕ ਹੈ, 7 ਸਾਲ ਵਕੀਲ ਰਿਹਾ ਹੋਣਾ ਚਾਹੀਦਾ ਜਾਂ ਪਲੈਜਰ ਰਿਹਾ ਹੋਣਾ ਚਾਹੀਦਾ ਕਿਤੇ ਵੀ। ਠੀਕ ਹੈ, ਕਿਸੇ ਵੀ ਜਗ੍ਹਾ ਦੇ ਉੱਪਰ ਵਕੀਲ ਦਾ ਜਾਂ ਪਲੈਜਰ ਵੀ ਵਕੀਲ ਹੀ ਹੁੰਦੇ ਆ, ਤਾਂ ਉਹਨਾਂ ਦੇ ਜਿਹੜਾ ਹੈ ਇਸ ਚੀਜ਼ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਉਹਨੂੰ ਵਕਾਲਤ ਦਾ। ਦੈਨ ਇਹ ਵੀ ਧਿਆਨ ਦੇ ਵਿੱਚ ਰੱਖਿਓ ਕਿ ਇੱਥੇ ਇੱਕ ਹੋਰ ਪ੍ਰਮੁੱਖ ਯੋਗਤਾ ਇਹ ਵੀ ਆ ਕਿ ਉਹ ਹਾਈ ਕੋਰਟ ਦੇ ਦੁਆਰਾ ਅਪਾਇੰਟਮੈਂਟ ਰੱਖਣ ਦੇ ਯੋਗ ਹੋਣਾ ਚਾਹੀਦਾ। ਠੀਕ ਹੈ, ਆਪਾਂ ਸਿੰਪਲ ਇਹ ਕਹਿ ਦਈਏ ਕਿ ਰਿਕਮੈਂਡ ਕਰੂਗੀ ਹਾਈ ਕੋਰਟ, ਕਿਉਂਕਿ ਹਾਈ ਕੋਰਟ ਦੀ ਰਿਕਮੈਂਡੇਸ਼ਨ ਦੇ ਉੱਪਰ ਹੀ ਹੈ ਨਾ, ਆਪਾਂ ਇਹ ਕਹਿ ਸਕਦੇ ਹਾਂ ਕਿ ਹਾਈ ਕੋਰਟ ਉੱਚ ਅਦਾਲਤ ਦੇ ਨਿਰਦੇਸ਼ ਦੇ ਉੱਪਰ ਹੀ, ਸਲਾਹ ਦੇ ਉੱਪਰ ਹੀ ਗਵਰਨਰ ਜਿਹੜਾ ਹੈਗਾ, ਰਾਜਪਾਲ ਜਿਹੜਾ ਹੈਗਾ ਨਾ, ਉਹ ਇਹਨਾਂ ਦੀ ਨਿਯੁਕਤੀ ਕਰਦਾ। ਤੇ ਇਹਦਾ ਮਤਲਬ ਹਾਈ ਕੋਰਟ ਦੀ ਰਿਕਮੈਂਡੇਸ਼ਨ ਜ਼ਰੂਰੀ ਹੈ, ਤੇ ਦੈਨ ਉਹ 7 ਸਾਲ ਜਿਹੜਾ ਹੈ ਇਸ ਅਹੁਦੇ ਦੇ ਉੱਪਰ ਰਿਹਾ ਹੋਣਾ ਜ਼ਰੂਰੀ ਹੈ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਆਪਣੇ ਕੋਲ, PIL ਦਾ ਪਤਾਮਾ ਕੌਣ ਆ? PIL ਮੈਂ ਤੁਹਾਨੂੰ ਕਲਾਸ ਦੇ ਵਿੱਚ ਕਰਵਾ ਚੁੱਕੀ ਹਾਂ, ਪਬਲਿਕ ਇੰਟਰਸਟ ਲਿਟੀਗੇਸ਼ਨ। ਠੀਕ ਹੈ, ਇਹ ਵੀ ਇੱਕ ਤਰੀਕੇ ਦੀਆਂ, ਆਪਾਂ ਕਹੀਏ ਕੋਈ ਵੀ ਪਬਲਿਕ ਇੰਟਰਸਟ ਦਾ ਕੇਸ ਹੈਗਾ ਤਾਂ ਉਸ ਕੇਸ ਦੇ ਦੌਰਾਨ ਜਿਹੜੇ ਪਰਸਨ ਦੇ ਨਾਲ ਘਟਨਾ ਵਾਪਰੀ ਹੈ, ਜੇ ਉਹ ਮਤਲਬ ਕੇਸ ਨਹੀਂ ਦਰਜ ਕਰਾਉਣਾ ਚਾਹੁੰਦਾ ਤੇ ਪਬਲਿਕ ਇੰਟਰਸਟ ਦਾ ਕੇਸ ਹੈਗਾ, ਤਾਂ ਕੋਈ ਵੀ ਪਰਸਨ PIL ਜਿਹੜੀ ਹੈਗੀ ਆ ਉਹ ਪਾ ਸਕਦਾ ਨੇ। ਤੁਹਾਡਾ ਕਲਾਸ ਦੇ ਵਿੱਚ ਹੋ ਚੁੱਕਿਆ, ਇੱਥੇ ਸੀਗਾ ਆਪਣੇ ਕੋਲ ਕਿ PIL ਪੂਰੀ ਡੈਫੀਨੇਸ਼ਨ ਕੀ ਹੈ, ਸਭ ਕੁਝ ਆ ਤੁਹਾਡਾ ਹੋ ਚੁੱਕਿਆ ਨਾ। ਤੇ ਇਹਦੇ ਪਤਾਮਾ ਕੌਣ ਹੈ, ਜੋ ਅਕਸਰ ਕੁਐਸਚਨ ਪੁੱਛਿਆ ਜਾਂਦਾ। ਤਾਂ PIL ਦੇ ਜਿਹੜੇ ਪਤਾਮਾ ਹੈਗੇ ਨੇ ਉਹ ਹੈਗੇ ਨੇ PW ਭਗਵਤੀ, PW ਭਗਵਤੀ। ਠੀਕ ਹੈ ਜੀ, ਇਹ ਧਿਆਨ ਦੇ ਵਿੱਚ ਰੱਖਿਓ, ਮੋਬਾਈਲ ਕੋਰਸ ਨੇ ਇੱਕ ਤਰੀਕੇ ਦੀਆਂ। ਨੈਕਸਟ ਸਾਡੇ ਕੋਲ ਹੇਠਲੀਆਂ ਅਦਾਲਤਾਂ ਤੋਂ ਉੱਪਰਲੀ ਅਦਾਲਤ, ਹੇਠਲੀ ਅਦਾਲਤ ਤੋਂ ਉੱਪਰਲੀ ਅਦਾਲਤ ਕੋਈ ਕੇਸ ਆਪਣੇ ਕੋਲ ਮੰਗਵਾ ਸਕਦੀ ਹੈ, ਰਿਟ ਹੈ। ਠੀਕ ਹੈ, ਤੁਹਾਡੀਆਂ ਰਿਟ ਵੀ ਹੋ ਚੁੱਕੀਆਂ ਨੇ ਕਲਾਸ ਦੇ ਵਿੱਚ। 5 ਤਰ੍ਹਾਂ ਦੀ ਰਿਟ ਹੁੰਦੀ ਆ। ਆਰਟੀਕਲ 32 ਦੇ ਅਕੋਰਡਿੰਗ ਸੁਪਰੀਮ ਕੋਰਟ ਪਾ ਸਕਦੀ ਆ, ਆਰਟੀਕਲ 226 ਦੇ ਅਕੋਰਡਿੰਗ ਹਾਈ ਕੋਰਟ ਪਾ ਸਕਦੀ ਆ, ਹਨਾ, ਰਿਟ ਨੂੰ ਜਾਰੀ ਕਰ ਸਕਦੀ ਆ ਹਾਈ ਕੋਰਟ, ਰਿਟ ਜਾਰੀ ਕਰ ਸਕਦੀ ਹੈ। ਤੁਹਾਨੂੰ ਸਭ ਨੂੰ ਕਲੀਅਰ ਹੋਏਗਾ, ਮੈਂ ਬਾਰ-ਬਾਰ ਰਿਪੀਟ ਕਰ ਰਹੀ ਹਾਂ ਹਰ ਕਲਾਸ ਦੇ ਵਿੱਚ। ਤਾਂ 5 ਤਰ੍ਹਾਂ ਦੀ ਹੈਗੀ ਆ। ਇੱਥੇ ਸਾਡੇ ਕੋਲ ਹੈਬੀਅਸ ਕਾਰਪੋਰਸ, ਕਿਉ ਬ੍ਰਾਂਟੋ ਪ੍ਰੋਹਿਬਿਸ਼ਨ, ਸਰਟੀਓਰੇਰੀ ਦਿੱਤੀ ਹੋਈ ਆ, ਮਡੈਮਸ ਨਹੀਂ ਦਿੱਤੀ ਹੋਈ। ਠੀਕ ਹੈ, ਮਡੈਮਸ। ਤਾਂ ਸਾਡੇ ਕੋਲ ਜਿਹੜੀ ਹੈਗੀ ਇਹਨਾਂ ਨੇ ਕੁਐਸਚਨ ਪੁੱਛਿਆ ਹੋਇਆ ਕਿ ਕਿਹੜੀ ਹੈ ਜਿਹਦੇ ਚ ਹੇਠਲੀ ਅਦਾਲਤ ਤੋਂ ਕੋਈ ਵੀ ਉੱਪਰਲੀ ਅਦਾਲਤ ਮਤਲਬ ਸੁਪਰੀਮ ਕੋਰਟ ਜਾਂ ਹਾਈ ਕੋਰਟ, ਲੋਕਲ ਜਿਹੜੀਆਂ ਕੋਰਟਸ ਹੈਗੀਆਂ ਉਹਨਾਂ ਤੋਂ ਕੇਸ ਆਪਣੇ ਕੋਲ ਮੰਗਵਾ ਸਕਦੀ ਆ। ਤਾਂ ਇਹ ਸਾਡੇ ਕੋਲ ਰਿਟ ਕਿਹੜੀ ਹੈਗੀ ਆ ਜੀ? ਸਰਟੀਓਰੇਰੀ। ਠੀਕ ਹੈ, ਸਰਟੀਓਰੇਰੀ।
ਹੈਬਸ ਕਾਰਪੋਰਸ ਦੇ ਵਿੱਚ ਜੇ ਕਿਸੇ ਪਰਸਨ ਨੂੰ ਗੈਰ ਕਾਨੂੰਨੀ ਤੌਰ ਤੇ ਫੜ ਕੇ ਰੱਖਿਆ ਗਿਆ ਤਾਂ ਉਹਦੇ ਵਿਰੁੱਧ ਹਨਾ ਤੁਹਾਡਾ ਡੀਪ ਦੇ ਵਿੱਚ ਹੋ ਚੁੱਕਿਆ ਹੈ ਸਾਰਾ, ਗੈਰ ਕਾਨੂੰਨੀ ਤੌਰ ਤੇ ਫੜਿਆ ਗਿਆ ਤਾਂ ਹੈਬਸ ਕਾਰਪੋਰਸ ਦੀ ਰਿਟ ਜਾਰੀ ਕੀਤੀ ਜਾ ਸਕਦੀ ਆ। ਕਿਉ ਵਾਰੰਟੋ ਹੋ ਸਕਦੀ ਹੈ ਜਾਰੀ ਜਦੋਂ ਕੋਈ ਵੀ ਪਰਸਨ ਆਪਾਂ ਕਹੀਏ ਆਪਣੀ ਉਸ ਦਰਜੇ ਦੇ ਉੱਪਰ ਨਹੀਂ ਨਿਯੁਕਤ ਕੀਤਾ ਗਿਆ, ਇੱਕ ਗੈਰ ਕਾਨੂੰਨੀ ਤੌਰ ਤੇ ਕਿਸੇ ਅਹੁਦੇ ਦੇ ਉੱਪਰ ਨਿਯੁਕਤ ਹੈ ਤਾਂ ਉਸ ਕੇਸ ਦੇ ਵਿੱਚ ਕਿਉ ਵਾਰੰਟੋ ਜਾਰੀ ਹੋਊਗਾ। ਪ੍ਰੋਹਿਬਿਸ਼ਨ ਜੇ ਕੋਈ ਪਰਸਨ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਹਨਾ ਕੋਈ ਅਧਿਕਾਰੀ ਅਧਿਕਾਰ ਖੇਤਰ ਤੋਂ ਬਾਹਰ ਕੰਮ ਕਰ ਰਿਹਾ, ਕੋਈ ਕੋਰਟ ਅਧਿਕਾਰ ਖੇਤਰ ਤੋਂ ਬਾਹਰ ਕੰਮ ਕਰ ਰਹੀ ਆ, ਉਹਦੇ ਵਿਰੁੱਧ ਜਾਰੀ ਕੀਤੀ ਜਾ ਸਕਦੀ ਹੈ। ਤੇ ਮਡੈਮਸ ਕਿਸੇ ਵੀ ਅਧਿਕਾਰੀ ਨੂੰ ਨਿਰਦੇਸ਼ ਦੇਣ ਦੇ ਲਈ, ਕਿਸੇ ਕੋਰਟ ਨੂੰ ਸੰਸਥਾ ਨੂੰ ਨਿਰਦੇਸ਼ ਦੇਣ ਦੇ ਲਈ ਕਿ ਉਹ ਆਪਣਾ ਜਿਹੜਾ ਕੰਮ ਹੈ ਜੋ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਹੈ ਉਸ ਕੰਮ ਨੂੰ ਕਰੇ, ਉਹ ਕੰਮ ਨਹੀਂ ਕਰ ਰਹੇ ਠੀਕ ਹੈ ਤਾਂ ਉਹ ਕੰਮ ਕਰਨ ਦਾ ਨਿਰਦੇਸ਼ ਦੇਣ ਦੇ ਲਈ ਜਾਰੀ ਕੀਤੀ ਜਾਂਦੀ ਹੈ ਮਡੈਮਸ। ਠੀਕ ਹੈ, ਤੁਹਾਡੀਆਂ ਡੀਪ ਕਲਾਸ ਦੇ ਵਿੱਚ ਹੋ ਚੁੱਕੀਆਂ ਨੇ। ਜੋ ਵੀ ਬੱਚੇ ਕੋਰਸ ਨੂੰ ਲੈ ਕੇ ਡੀਪ ਦੇ ਵਿੱਚ ਠੀਕ ਹੈ ਆਪਣੀ ਪ੍ਰੋਪਰ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਨੇ, MCQ ਠੀਕ ਹੈ, ਟੈਸਟ, ਥਿਊਰੀ ਕਲਾਸਿਸ ਠੀਕ ਹੈ, ਰਫ ਰਿਟਨ ਨੋਟਸ ਸਭ ਕੁਝ ਤੁਹਾਡੇ ਕੋਰਸ ਦੇ ਵਿੱਚ ਅਵੇਲੇਬਲ ਹੈ। ਬਹੁਤ ਹੀ ਘੱਟ ਫੀਸ ਦੇ ਵਿੱਚ ਤਾਂ ਤੁਸੀਂ ਜਿਹੜਾ ਹੈਗਾ ਕੋਰਸ ਨੂੰ ਜੁਆਇਨ ਕਰਕੇ ਵਿੱਚ ਤੁਹਾਡੇ ਮੌਕ ਟੈਸਟ ਵੀ ਐਗਜ਼ਾਮ ਦੇ ਨੀਅਰ ਜਿਹੜੇ ਇਹਦੇ ਵਿੱਚ ਐਡ ਕਰ ਦਿੱਤੇ ਜਾਣਗੇ। ਠੀਕ ਹੈ, ਤਾਂ ਮੌਕ ਟੈਸਟ ਵੀ ਕੰਪਲੀਟ ਲਏ ਜਾਣਗੇ। ਜੋ ਵੀ ਬੱਚੇ ਇੰਟਰਸਟਿਡ ਨੇ ਕੋਰਸ ਲੈਣਾ ਚਾਹੁੰਦੇ ਨੇ ਤਾਂ ਜਲਦੀ ਤੋਂ ਜਲਦੀ ਕੋਰਸ ਨੂੰ ਪਰਚੇਜ਼ ਕਰਕੇ ਤੁਸੀਂ ਪ੍ਰੈਪਰੇਸ਼ਨ ਅਕੈਡਮੀ ਦੇ ਨਾਲ ਕਰ ਸਕਦੇ ਹੋ। ਜੇ ਸਾਡੀਆਂ ਵੀਡੀਓ ਤੁਹਾਡੇ ਲਈ ਹੈਲਪਫੁਲ ਹੋ ਰਹੀਆਂ ਨੇ ਵੱਧ ਤੋਂ ਵੱਧ ਇਸ ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਵੀਡੀਓ ਨੂੰ ਜਰੂਰ ਲਾਈਕ ਕਰੋ। ਥੈਂਕ ਯੂ ਸੋ ਮਚ।